ਸਾਰੀਆਂ ਬਿਮਾਰੀਆਂ ਦੀ ਜੜ ਇਹ ਹੈ। ਰਾਤ ਨੂੰ ਸੌਣ ਲੱਗਿਆ ਜਿਨ੍ਹਾਂ ਲੋਕਾਂ ਦਾ ਕੋਲੇਸਟ੍ਰੋਲ ਵੱਧਦਾ ਆ, ਕਾਲੀ ਮਿਰਚ, ਮਗਾਂ ਤੇ ਸੁੰਡ TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਸਿਹਤ ਸੰਸਾਰ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਤੇ ਅੱਜ ਇਹ ਦੂਸਰਾ ਪ੍ਰੋਗਰਾਮ ਹੈ। ਬੀਤੇ ਪ੍ਰੋਗਰਾਮ ਵਿੱਚ ਡਾਕਟਰ ਅਰੀਦਮਨ ਮਾਹਲ ਸਾਹਿਬ ਸ਼ਾਮਲ ਹੋਏ ਸੀ। ਇਮਿਊਨਿਟੀ ਕਿਵੇਂ ਵਧਾਈ ਜਾ ਸਕਦੀ ਹੈ, ਉਸ ਦੇ ਮੁਤਲਕ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਤੁਹਾਡੇ ਵੱਲੋਂ ਪ੍ਰੋਗਰਾਮ ਨੂੰ ਸਲਾਹ ਵੀ ਗਿਆ। ਤੁਸੀਂ ਆਖਿਆ ਸੀ ਕਿ ਪ੍ਰੋਗਰਾਮ ਬਾਈ ਵੀਕਲੀ ਭਾਵ 2 ਹਫ਼ਤਿਆਂ ਦੀ ਬਜਾਏ ਹਫ਼ਤਾਵਾਰੀ ਕਰ ਦਿਓ। ਇਸ ਮਸਲੇ ਦੇ ਉੱਤੇ ਹਾਲੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ, ਪਰ ਕੋਸ਼ਿਸ਼ ਕਰਾਂਗੇ ਕਿ 2 ਹਫ਼ਤਿਆਂ ਦੀ ਬਜਾਏ ਇਹਨੂੰ ਹਫ਼ਤਾਵਾਰੀ ਲਿਆਂਦਾ ਜਾਵੇ। ਪਰ ਅੱਜ ਅਸੀਂ ਫਿਰ ਇੱਕ ਉਸ ਮਸਲੇ ਦੇ ਉੱਤੇ ਵਿਚਾਰ ਚਰਚਾ ਕਰਨੀ ਚਾਹੁੰਦੇ ਹਾਂ ਜਿਹਦੇ ਨਾਲ ਜ਼ਿੰਦਗੀਆਂ ਆਬਾਦ ਰਹਿਣ, ਸ਼ਾਦ ਰਹਿਣ ਤੇ ਅਸੀਂ ਤੰਦਰੁਸਤ ਰਹੀਏ। ਤੰਦਰੁਸਤ ਕਿਵੇਂ ਰਿਹਾ ਜਾ ਸਕਦਾ ਹੈ, ਰੋਗਾਂ ਤੋਂ ਨਿਜਾਤ ਕਿਵੇਂ ਲਈ ਜਾ ਸਕਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡੇ ਘਰ ਵਿੱਚ ਡਾਕਟਰ ਹੈ, ਕਿਹੜੀ ਚੀਜ਼ ਛੱਡੀਏ ਤੇ ਕਿਹੜੀ ਖਾਈਏ, ਕਿਹੜੀਆਂ ਸਾਡੇ ਸਰੀਰ ਨੂੰ ਜ਼ਹਿਰੀਲਾ ਕਰ ਰਹੀਆਂ ਨੇ, ਗੰਧਲਾ ਕਰ ਰਹੀਆਂ ਨੇ, ਉਹਨਾਂ ਚੀਜ਼ਾਂ ਦੇ ਉੱਤੇ ਅਸੀਂ ਧਿਆਨ ਕੇਂਦਰਿਤ ਕਰਨਾ। ਤੇ ਦੂਸਰਾ ਵੱਡਾ ਸਵਾਲ ਇਹ ਕਿ ਕੁਝ ਇੱਕ ਪ੍ਰਾਣੀ ਉਹ ਨੇ, ਇਨਸਾਨ ਉਹ ਨੇ ਜਿਨ੍ਹਾਂ ਦੇ ਜੋੜਾਂ ਵਿੱਚ, ਗੋਡਿਆਂ ਵਿੱਚ, ਗਿੱਟਿਆਂ ਵਿੱਚ ਅਕਸਰ ਦਰਦ ਰਹਿੰਦੇ ਤੇ ਦਰਦਾਂ ਦੀ ਸ਼ਿਕਾਇਤ ਕਰਦੇ ਆ। ਇਹ ਕੁਝ ਇੱਕ ਮਸਲੇ ਮਾਮਲੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਅੱਜ ਇਹਨਾਂ ਰੋਗਾਂ ਨੂੰ ਅਸੀਂ ਦੇਖਾਂਗੇ ਕਿ ਕਿਵੇਂ ਇਹਨਾਂ ਤੋਂ ਨਿਜਾਤ ਲਈ ਜਾ ਸਕਦੀ ਹੈ। ਆਓ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਾਂਗੇ। ਡਾਕਟਰ ਸਾਹਿਬ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਬਹੁਤ ਮਿਹਰਬਾਨੀ। ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਰਜ਼ ਕਰਦਾ ਜੀ। ਡਾਕਟਰ ਸਾਹਿਬ, ਬੀਤੇ ਪ੍ਰੋਗਰਾਮ ਦਾ ਵਧੀਆ ਹੁੰਗਾਰਾ ਮਿਲਿਆ, ਹੁਲਾਰਾ ਮਿਲਿਆ ਤੇ ਉਹ ਜਿਹੜੀਆਂ ਚੰਗੀਆਂ ਨੇਕ ਸਲਾਹਾਂ ਆਈਆਂ ਉਹ ਮੈਂ ਤੁਹਾਡੇ ਤੱਕ ਉਹਨਾਂ ਦੀਆਂ ਦਰਸ਼ਕਾਂ ਦੀਆਂ ਪੁੱਜਦੀਆਂ ਕਰਦਾ ਕਿ ਉਹਨਾਂ ਵੱਲੋਂ ਸਲਾਹਿਆ ਗਿਆ। ਤੇ ਦੂਸਰੀ, ਅੱਜ ਆਪਾਂ ਜਿਹੜੇ ਪ੍ਰੋਗਰਾਮ ਦੇ ਵਿੱਚ ਇਸ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹਾਂ ਸਿਹਤ ਸੰਸਾਰ ਦੇ ਵਿੱਚ, ਕਿ ਇਨਸਾਨ ਨੂੰ ਅੱਜ ਇਹ ਨਹੀਂ ਦੇਖਦਾ ਕਿ ਕਿੱਥੋਂ ਕੀ ਮਿਲ ਗਿਆ, ਕਿੱਥੋਂ ਆਇਆ, ਕਿਵੇਂ ਆਇਆ, ਖਾਈ ਜਾਂਦੇ ਆ ਤੇ ਬਾਅਦ ਦੇ ਵਿੱਚ ਬਿਮਾਰੀਆਂ, ਟੌਕਸਿਕ ਬਹੁਤ ਫੂਡ ਨੇ ਆਲੇ ਦੁਆਲੇ, ਸਾਡੇ ਸਰੀਰ ਨੂੰ ਜ਼ਹਿਰੀਲਾ ਕਰ ਰਹੇ ਨੇ, ਗੰਧਲਾ ਕਰ ਰਹੇ ਨੇ। ਕਿਵੇਂ ਅਸੀਂ ਦੇਖੀਏ ਕਿ ਕੀ ਖਾਈਏ, ਕੀ ਛੱਡੀਏ ਜੀ, ਇਸ ਮਸਲੇ ਦੇ ਉੱਤੇ ਅੱਜ ਆਪਾਂ ਵਿਚਾਰ ਚਰਚਾ ਆਧਾਰਿਤ ਕਰਨੀ ਚਾਹੁੰਦੇ ਹਾਂ ਜੀ। ਬਹੁਤ ਦਰੁਸਤ ਆਖਿਆ ਤੁਸੀਂ। ਸਰੀਰ ਨੂੰ ਅਗਰ ਸਮਝਣਾ ਹੋਵੇ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਖੁਰਾਕ ਨੂੰ ਸਮਝਿਆ ਜਾਵੇ। ਜੋ ਅਸੀਂ ਖਾਂਦੇ ਹਾਂ ਉਹੀ ਸਾਡਾ ਸਰੀਰ ਹੁੰਦਾ ਹੈ। ਸੋ ਇਸ ਕਰਕੇ ਜਦੋਂ ਤੁਸੀਂ ਜੋੜਾਂ ਦੀ ਗੱਲ ਕੀਤੀ ਆ, ਉਸ ਤੋਂ ਪਹਿਲਾਂ ਇਹ ਗੱਲ ਕਰਨੀ ਬਣਦੀ ਹੈ ਕਿ ਅਸੀਂ ਜੋ ਖਾਂਦੇ ਹਾਂ ਉਹਦਾ ਅੰਦਰ ਜਾ ਕੇ ਬਣਦਾ ਕੀ ਹੈ। ਅਗਰ ਇਸ ਭੇਤ ਦਾ ਸਾਨੂੰ ਪਤਾ ਲੱਗ ਜਾਵੇ ਤਾਂ ਫਿਰ ਅਸੀਂ ਪ੍ਰੀਵੈਂਟਿਵ ਦੇ ਉੱਤੇ ਜ਼ੋਰ ਦੇ ਲਾਂਗੇ, ਪਰਹੇਜ਼ ਦੇ ਉੱਤੇ ਜ਼ੋਰ ਦੇ ਲਾਂਗੇ। ਜਦੋਂ ਅਸੀਂ ਇਹ ਕਹਿੰਦੇ ਆ ਕਿ ਇਲਾਜ ਦੇ 3 ਹਿੱਸੇ ਹੁੰਦੇ ਆ ਜੀ, ਟ੍ਰੀਟਮੈਂਟ ਦੇ 3 ਭਾਗ ਹੁੰਦੇ ਆ। ਇੱਕ ਪ੍ਰੀਵੈਂਟਿਵ ਹੁੰਦਾ ਹੈ, ਦੂਸਰਾ ਕਿਊਰੇਟਿਵ ਹੁੰਦਾ ਹੈ ਤੇ ਤੀਸਰਾ ਰੀਹੈਬਿਲਿਟੇਟਿਵ ਹੁੰਦਾ ਹੈ। ਭਾਵ ਇਹ ਕਿ ਪਹਿਲਾ ਤੇ ਇਹ ਹੈ ਕਿ ਬਿਮਾਰ ਹੋਈਏ ਹੀ ਨਾ। ਦੂਸਰਾ ਇਹ ਹੈ ਕਿ ਜੇ ਬਿਮਾਰ ਹੋ ਗਏ ਆ ਤੇ ਅਸੀਂ ਘਰੋਂ ਕਿਹੜੇ ਕਿਹੜੇ ਪ੍ਰਬੰਧ ਕਰੀਏ, ਲੈਟ ਫੂਡ ਬੀ ਯੋਰ ਮੈਡੀਸਨ, ਤੇ ਉਹਨਾਂ ਚੀਜ਼ਾਂ ਦਾ ਤਿਆਗ ਕਰਕੇ, ਉਹਨਾਂ ਚੀਜ਼ਾਂ ਦਾ ਗ੍ਰਹਿਣ ਕਰਕੇ ਅਸੀਂ ਤੰਦਰੁਸਤ ਹੋ ਜਾਈਏ ਜੀ। ਔਰ ਤੀਸਰਾ ਇਹ ਹੈਗਾ ਕਿ ਅਸੀਂ ਪਹਿਲਾਂ ਦੀ ਤਰ੍ਹਾਂ ਬੇਫਿਟਿੰਗ ਐਨਰਜੀ ਲੈਵਲ, ਤਾਕਤ, ਸਟਰੈਂਥ ਲੈ ਕੇ ਅਸੀਂ ਪਹਿਲੀ ਤਰ੍ਹਾਂ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰੀਏ ਤੇ ਆਪਣਾ ਕਾਰ ਵਿਹਾਰ ਕਰੀਏ। ਤਾਂ ਜਦੋਂ ਅਸੀਂ ਪ੍ਰੀਵੈਂਟਿਵ ਦੀ ਗੱਲ ਕਰਦੇ ਹਾਂ, ਉਸ ਵੇਲੇ ਜੋੜਾਂ ਦੀਆਂ ਦਰਦਾਂ ਨੂੰ ਮੈਂ ਜੇ ਪਰੇ ਰੱਖਦਾ ਹੋਇਆ ਇਹ ਦੱਸਣਾ ਚਾਹੁੰਦਾ ਜੀ
ਕਿ ਜੇ ਸਾਡੇ ਸਰੀਰ ਦਾ ਅਲਕਲੀ ਤੇ ਐਸਿਡ ਦਾ ਤਵਾਜ਼ਨ ਦਰੁਸਤ ਰਵੇ, ਬੈਲੈਂਸ ਰਵੇ, ਉਹਦਾ ਇਕੁਇਲਿਬ੍ਰੀਅਮ ਬਣਿਆ ਰਵੇ, ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਹਾਂ, ਖਾਸ ਕਰਕੇ ਦਰਦਾਂ ਤੋਂ ਬਚ ਜਾਂਦੇ ਹਾਂ। ਸਰੀਰ ਦੇ ਅੰਦਰ ਪਈਆਂ ਹੋਈਆਂ ਸਾਰੀਆਂ ਹੀ ਸੂਜਨ ਤੇ ਸਾਰੀਆਂ ਹੀ ਦਰਦਾਂ ਤੇ ਉਹਨਾਂ ਦਾ ਇੱਕ ਹੱਦ ਤੱਕ ਵੱਧ ਜਾਣਾ ਕਿ ਬਰਦਾਸ਼ਤ ਨਾ ਹੋਣ, ਉਸ ਸਾਰੇ ਕੁਝ ਵਾਸਤੇ ਬਾਡੀ ਟੌਕਸਿਕ ਹੁੰਦੀ ਹੈ। ਤੇ ਸਭ ਤੋਂ ਜ਼ਿਆਦਾ ਟੌਕਸਿਕ ਜ਼ਹਿਰੀਲਾ ਮਾਦਾ ਤੇਜ਼ਾਬ ਕਰਦਾ ਜਦੋਂ ਤੇਜ਼ਾਬ ਦੀ ਬਹੁਤਾਤ ਹੁੰਦੀ ਹੈ ਜੀ। ਉਹਦੇ ਕਿਹੜੇ ਕਿਹੜੇ ਸਿੰਪਟਮਸ ਨੇ, ਕਿਹੜੀਆਂ ਕਿਹੜੀਆਂ ਅਲਾਮਤਾਂ ਆ ਜਦੋਂ ਅਸੀਂ ਇਹ ਮੰਨ ਸਕਦੇ ਹਾਂ ਕਿ ਸਾਡੇ ਸਰੀਰ ਦੇ ਵਿੱਚ ਤੇਜ਼ਾਬੀ ਮਾਦਾ ਵਧਿਆ ਹੈ। ਜੇ ਪਤਾ ਲੱਗੇਗਾ ਤਾਂ ਹੀ ਤੇ ਪਰਹੇਜ਼ ਕਰਾਂਗੇ, ਤਾਂ ਇਲਾਜ ਕਰਾਂਗੇ। ਸੋ ਜਦੋਂ ਅਸੀਂ ਸਿੰਪਟਮਸ ਦੀ ਗੱਲ ਕਰਦੇ ਹਾਂ, ਕੁਦਰਤ ਨੇ ਇੱਕ ਬਹੁਤ ਵਧੀਆ ਡਾਇਗਨੋਸਟਿਕ ਸਿਸਟਮ ਬਣਾਇਆ ਹੋਇਆ ਹੈ ਕਿ ਉਹ ਸਾਡੇ ਸਰੀਰ ਨੂੰ ਸਮਝ ਕੇ ਸਾਨੂੰ ਅਲਾਰਮ ਦਿੰਦਾ, ਸਾਨੂੰ ਵਾਰਨਿੰਗ ਦਿੰਦਾ ਰੱਬ, ਲੇਕਿਨ ਅਸੀਂ ਭੁੱਖੇ ਕਰ ਦਿੰਦੇ ਹਾਂ। ਸੋ ਜਦੋਂ ਸਾਡੇ ਸਰੀਰ ਦਾ ਐਸਿਡ ਤੇ ਅਲਕਲੀ ਦਾ ਤਵਾਜ਼ਨ ਟੁੱਟ ਜਾਂਦਾ ਹੈ, ਬੈਲੈਂਸ ਟੁੱਟਦਾ ਆ, ਤੇ ਪਹਿਲਾ ਕੰਮ ਇਹ ਹੁੰਦਾ ਹੈ ਕਿ ਹਾਰਟ ਬਰਨ, ਜਿਹਨੂੰ ਅਸੀਂ ਫੂਡ ਪਾਈਪ ਦੇ ਵਿੱਚ ਬਰਨਿੰਗ ਸ਼ੁਰੂ ਹੁੰਦੀ ਹੈ। ਅਸੀਂ ਕਹਿੰਦੇ ਤੇਜ਼ਾਬੀ ਮਾਦਾ ਵੱਧ ਗਿਆ, ਸਾੜ ਪੈਂਦਾ ਹੈ। ਦੂਸਰਾ ਅਲਾਮਤ ਇਹ ਹੁੰਦੀ ਹੈ ਕਿ ਸਰੀਰ ਦਾ ਜਿਹੜਾ ਐਬਡੋਮਨ ਦਾ ਉੱਪਰਲਾ ਹਿੱਸਾ ਉਹ ਐ ਸੁੱਜ ਜਾਂਦਾ, ਫੁੱਲ ਜਾਂਦਾ ਹੈ, ਤਾਂ ਐਂ ਲੱਗਦਾ ਕਿ ਉਂਗਲ ਮਾਰੋ ਵੀ ਤੇ ਉਂਗਲ ਟੁੱਟਣ ਨੂੰ ਪੈਂਦੀ ਹੈ, ਇੰਨਾ ਟਾਈਟ ਹੋ ਜਾਂਦਾ ਹੈ ਸਰੀਰ। ਖਾਸ ਕਰਕੇ ਪੇਟ ਗੁਬਾਰੇ ਵਾਂਗ ਫੁੱਲ ਜਾਂਦਾ, ਸੁੱਜ ਜਾਂਦਾ ਹੈ ਜੀ। ਉਸ ਤੋਂ ਬਾਅਦ ਸਾਡਾ ਸਟੂਲ ਇਵੈਕਿਊਏਟ ਨਹੀਂ ਹੁੰਦਾ ਪ੍ਰੋਪਰਲੀ, ਗੈਸ ਬੜੀ ਜ਼ਿਆਦਾ ਹੋ ਜਾਂਦੀ ਹੈ, ਤੇ ਗੈਸ ਇੰਨੀ ਬਦਬੂਦਾਰ ਹੁੰਦੀ ਹੈ ਕਿ ਦੂਸਰੇ ਨੇ ਤਾਂ ਕੀ ਬਰਦਾਸ਼ਤ ਹੁੰਦੀ ਹੈ, ਆਪਣੇ ਕੋਲੋਂ ਵੀ ਬਰਦਾਸ਼ਤ ਨਹੀਂ ਹੁੰਦੀ। ਕਿਉਂਕਿ ਜਿੱਥੇ ਵੀ ਕਿਤੇ ਐਸਿਡ ਪਾਵਾਂਗੇ, ਨਾਰਮਲ ਅਸੀਂ ਘਰਾਂ ਦੇ ਪ੍ਰਬੰਧ ਦੇ ਵਿੱਚ ਐਸਿਡ ਯੂਜ਼ ਕਰਦੇ ਹਾਂ, ਦੇਖਦੇ ਕਿੰਨੀਆਂ ਫਿਊਮਸ ਨਿਕਲਦੀਆਂ, ਕਿੰਨੀ ਗੈਸ ਨਿਕਲਦੀ ਹੈ ਜਦੋਂ ਅਸੀਂ ਕਿਤੇ ਤੇਜ਼ਾਬ, ਖਾਸ ਕਰਕੇ ਹਾਈਡਰੋਕਲੋਰਿਕ ਐਸਿਡ ਦੀ ਵਰਤੋਂ ਕਰਦੇ ਹਾਂ ਜੀ। ਸੋ ਇਸ ਕਰਕੇ ਗੈਸ ਦਾ ਜ਼ਿਆਦਾ ਹੋਣਾ, ਗੈਸ ਦਾ ਜ਼ਿਆਦਾ ਹੋਣ ਕਰਕੇ ਇੰਟੈਸਟਾਈਨਸ ਦੇ ਵਿੱਚ ਜਿਹੜਾ ਸਾਡਾ ਫੂਡ ਆ ਉਹਦੀ ਪ੍ਰੋਸੈਸਿੰਗ ਹੋ ਰਹੀ ਹੈ, ਜਿਹੜਾ ਵੇਸਟ ਹੈ ਜਿਹਨੂੰ ਅਸੀਂ ਸਟੂਲ ਕਹਿੰਦੇ ਆ, ਉਹਦੀ ਬਣਤਰ ਦੇ ਵਿੱਚ ਦਿੱਕਤ ਆ ਜਾਂਦੀ ਹੈ, ਡਿਸਟੋਰਸ਼ਨ ਹੋ ਜਾਂਦੀ ਹੈ, ਸਟੂਲ ਪ੍ਰੋਪਰਲੀ ਫਾਰਮ ਨਹੀਂ ਹੁੰਦਾ ਤੇ ਇਵੈਕੂਏਟ ਨਹੀਂ ਹੁੰਦਾ ਜੀ। ਉਹਨੂੰ ਅਸੀਂ ਕਬਜ਼ ਕਹਿ ਦਿੰਦੇ ਆ। ਪਹਿਲੀ ਕਬਜ਼ ਤੇ ਉਹ ਆ, ਪੇਟ ਸਾਫ਼ ਨਹੀਂ ਹੋਇਆ, 2-3 ਵਾਰ ਅਸੀਂ ਟਾਇਲਟ ਗਏ ਆ, ਪੇਟ ਸਾਫ਼ ਨਹੀਂ ਹੋਇਆ, ਉਦਾਂ ਕੰਮ ਤੇ ਚਲੇ ਗਏ, ਔਰ ਉਹਦੇ ਕਰਕੇ ਜਿਹੜੀਆਂ ਗੈਸਿਸ ਅੰਦਰ ਰਹਿ ਗਈਆਂ ਜ਼ਹਿਰੀਲੀਆਂ ਜੀ, ਜਿਹੜੇ ਕੈਮੀਕਲ ਅੰਦਰ ਰਹਿ ਗਏ ਜ਼ਹਿਰੀਲੇ, ਉਹ ਸਾਡੀ ਬਲੱਡ ਸਟ੍ਰੀਮ ਦੇ ਵਿੱਚ ਜਾ ਕੇ ਸਾਡੀ ਬਾਡੀ ਨੂੰ ਗੰਧਲਾ ਕਰਦੇ ਆ, ਜਿਹਦੇ ਨਾਲ ਇਮਿਊਨਿਟੀ ਰੈਜ਼ਿਸਟੈਂਸ ਜਿਹੜੀ ਆ ਉਹ ਘਟਦੀ ਹੈ ਤੇ ਅਸੀਂ ਬਿਮਾਰ ਹੋਣਾ ਸੌਖਾ ਹੋ ਜਾਂਦਾ ਹੈ। ਸੋ ਜ਼ਰੂਰਤ ਇਹ ਆ ਕਿ ਜਦੋਂ ਅਸੀਂ ਭੋਜਨ ਦੀ ਗੱਲ ਕਰੀਏ ਤੇ ਉਹਦੇ ਵਿੱਚ 4 ਹਿੱਸੇ ਨੇ ਉਹਦੇ, ਇੰਜੈਸ਼ਨ, ਡਾਈਜੈਸ਼ਨ, ਐਬਜ਼ੌਰਪਸ਼ਨ ਤੇ ਇਵੈਕੂਏਸ਼ਨ। ਪਹਿਲੇ ਤਿੰਨੇ ਹੀ ਛੱਡ ਦਈਏ, ਚੌਥਾ ਪਹਿਲੇ ਨੰਬਰ ਤੇ ਲਿਆਈਏ ਕਿ ਇਵੈਕੂਏਸ਼ਨ ਮੀਨਸ ਸਟੂਲ ਦੀ ਫਾਰਮ ਵਿੱਚ ਜਿਹੜਾ ਵੇਸਟ ਹੈ ਉਹ ਇਵੈਕੂਏਟ ਹੋਣਾ ਚਾਹੀਦਾ ਰੈਗੂਲਰ ਇੰਟਰਵਲਸ ਤੇ। ਅਗਰ ਉਹ ਇਵੈਕੂਏਟ ਨਹੀਂ ਹੁੰਦਾ ਤੇ ਫਿਰ ਬਾਡੀ ਆਪਣੇ ਆਪ ਨੂੰ ਆਪ ਗੰਧਲਾ ਕਰਦੀ ਹੈ। ਸੋ ਉਹਨੂੰ ਅਸੀਂ ਇਹ ਕਹਿੰਦੇ ਆ ਕਿ ਆਟੋ ਪੋਲਿਊਸ਼ਨ, ਅੰਦਰ ਬਾਡੀ ਆਪਣੇ ਆਪ ਨੂੰ ਗੰਦਾ ਕਰ ਰਹੀ ਹੈ ਕਿਉਂਕਿ ਤੁਸੀਂ ਇਵੈਕੂਏਟ ਨਹੀਂ ਕੀਤਾ ਸਟੂਲ। ਉਹਦੇ ਵਾਸਤੇ ਕੀ ਕੀਤਾ ਜਾਵੇ ਜੀ? ਦੂਸਰੀ ਚੀਜ਼ ਇਹ ਦੱਸਣ ਤੋਂ ਪਹਿਲਾਂ ਜਿਹੜਾ ਤੁਸੀਂ ਸਵਾਲ ਕੀਤਾ ਹੈ, ਕਬਜ਼ ਜੀ 2 ਦਿਨ 3 ਦਿਨ 4 ਦਿਨ, ਕਈ ਬਜ਼ੁਰਗਾਂ ਨੂੰ, ਕਈ ਬੱਚਿਆਂ ਨੂੰ, ਕਈ ਨੌਜਵਾਨਾਂ ਨੂੰ ਵੀ 2-2 3-3 4-4 ਦਿਨ ਟਾਇਲਟ ਪਾਸ ਹੀ ਨਹੀਂ ਹੁੰਦਾ। ਜਿੰਨੇ ਦਿਨ ਵੱਧਦੇ ਜਾਂਦੇ ਆ ਉਹਨਾਂ ਸਟੂਲ ਹਾਰਡ ਹੁੰਦਾ ਜਾਂਦਾ ਹੈ। ਸਾਡੇ ਭਾਈਚਾਰੇ ਦੇ ਵਿੱਚ ਬਹੁਤ ਲੋਕ ਲੰਬੀ ਡਰਾਈਵਿੰਗ ਉਹਨਾਂ ਦਾ ਕਿੱਤਾ ਹੈ, ਉਹਨਾਂ ਦਾ ਪ੍ਰੋਫੈਸ਼ਨ ਹੈ, ਉਹਨਾਂ ਦਾ ਕੰਮ ਹੈ ਜੀ। ਲੰਬੀ ਡਰਾਈਵਿੰਗ ਹੁੰਦੀ ਹੈ 2 ਘੰਟੇ 3 ਘੰਟੇ 4 ਕੀ, ਜੇ ਫੀਲਿੰਗ ਆਈ ਵੀ ਆ, ਹਾਜਤ ਹੋਈ ਹੈ ਟਾਇਲਟ ਜਾਣਾ, ਲੇਕਿਨ ਤੁਸੀਂ ਕਹਿੰਦੇ ਹੋ ਫਲਾਣੀ ਡੈਸਟੀਨੇਸ਼ਨ ਤੇ ਜਾਵਾਂਗੇ, ਕਬਜ਼ ਹੋ ਗਈ।
ਕਬਜ਼ ਜਿੱਥੇ ਤੁਹਾਨੂੰ ਪਾਈਲਸ ਕਰਦੀ ਹੈ, ਜਿੱਥੇ ਤੁਹਾਡੇ ਫਿਸ਼ਰ ਹੋ ਸਕਦੇ ਆ, ਜਿੱਥੇ ਐਨੋਰੈਕਟਲ ਬਿਮਾਰੀਆਂ ਆ ਜਾਂਦੀਆਂ, ਉੱਥੇ ਜਿਹੜੀ ਆਟੋ ਇੰਟੌਕਸੀਕੇਸ਼ਨ ਆ, ਉਹ ਗੈਸਸ ਤੇ ਕੈਮੀਕਲ ਜਿਹੜੇ ਟਾਈਮ ਤੇ ਬਾਹਰ ਜਾਣੇ ਚਾਹੀਦੇ ਸੀ ਉਹ ਨਹੀਂ ਜਾਂਦੇ, ਉਹ ਸਾਡੀ ਬਲੱਡ ਸਟ੍ਰੀਮ 'ਚ ਜਾ ਕੇ ਆਟੋ ਇੰਟੌਕਸੀਕੇਸ਼ਨ ਕਰਦੇ ਆ ਜੀ, ਤੇ ਫਿਰ ਅਸੀਂ ਡੀਟੌਕਸੀਫਿਕੇਸ਼ਨ ਨੂੰ ਤੁਰ ਪੈਂਦੇ ਆ। ਉਹ ਇੰਟੌਕਸੀਕੇਸ਼ਨ ਹੋਇਆ ਹੀ ਨਾ। ਸੋ ਇਹ ਚੀਜ਼ਾਂ ਦੱਸਣੀਆਂ ਬੜੀਆਂ ਜ਼ਰੂਰੀ ਹੈ। ਤੇ ਹੁਣ ਮੈਂ ਤੁਹਾਡੇ ਇਸ ਸਵਾਲ ਤੇ ਆ ਜਾਣਾ ਜੀ ਕਿ ਜੇ ਫਲੈਚੂਲੈਂਸ ਹੈ ਫੇਰ ਕੀ ਕਰਨਾ, ਤੇ ਜੇ ਹਾਰਡ ਸਟੂਲ ਆ, ਕਨਸਟੀਪੇਸ਼ਨ ਜਿਹਨੂੰ ਅਸੀਂ ਕਹਿੰਦੇ ਆ, ਪੇਟ ਸਾਫ਼ ਨਾ ਹੋਣਾ, ਉਹਨੂੰ ਵੀ ਅਸੀਂ ਕਨਸਟੀਪੇਸ਼ਨ ਕਹਿ ਲੈਂਦੇ ਆ ਜੀ, ਪਰ ਦੋਨਾਂ 'ਚ ਫਰਕ ਹੈ। ਜਦੋਂ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ, 2 ਵਾਰ 3 ਵਾਰ 4 ਵਾਰ ਟਾਇਲਟ ਜਾਂਦੇ ਹੋ, ਸੈਮੀ ਸੋਲਿਡ ਆ, ਡਿਸਟੋਰਟਡ ਸਟੂਲ ਹੁੰਦਾ ਆ, ਫਿਰ ਉਦਾਂ ਹੀ ਅਸੀਂ ਇਵੈਕੂਏਟ ਤੋਂ ਬਗੈਰ ਕੰਮਾਂ ਤੇ ਚਲੇ ਜਾਂਦੇ ਆ, ਚੇਤਾ ਭੁੱਲ ਜਾਂਦਾ ਹੈ ਤੇ ਅੰਦਰ ਸਾਡੇ ਜ਼ਹਿਰੀਲਾ ਮਾਦਾ ਖੂਨ 'ਚ ਜਾ ਰਿਹਾ, ਵਾਈਟਲ ਆਰਗਨਸ 'ਚ ਜਾ ਰਿਹਾ। ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਇਹ ਕਹੀਏ ਕਿ ਚੀਜ਼ਾਂ ਦਾ ਤਿਆਗ ਕਿਹੜੀਆਂ-ਕਿਹੜੀਆਂ ਦਾ ਕਰਨਾ ਹੈ। ਜਿਨ੍ਹਾਂ ਦੀ ਸਟੂਲ ਇਵੈਕੂਏਸ਼ਨ ਜਾਂ ਇਵੈਕੂਏਸ਼ਨ ਸਿਸਟਮ ਠੀਕ ਹੈ, ਉਹਨਾਂ ਲਈ ਕੋਈ ਜ਼ਰੂਰਤ ਨਹੀਂ ਹੈ, ਲੇਕਿਨ ਜਿਨ੍ਹਾਂ ਦਾ ਸਟੂਲ ਪਾਸ ਨਹੀਂ ਹੁੰਦਾ, ਉਹਨਾਂ ਦਾ ਬਹੁਤ ਜ਼ਰੂਰੀ ਹੈ ਕਿ 4 ਜੋੜਿਆਂ ਦਾ ਤਿਆਗ ਕਰ ਦਿਓ। ਪਹਿਲਾ ਜੋੜਾ ਚਾਹ ਤੇ ਕੌਫੀ, ਦੂਸਰਾ ਜੋੜਾ ਹਰੀ ਮਿਰਚ, ਲਾਲ ਮਿਰਚ, ਮਿਰਚਾਂ, ਤੇ ਨਾਲ ਦੀ ਨਾਲ ਕੱਚਾ ਲਸਣ ਪਿਆਜ਼। ਲਸਣ ਪਿਆਜ਼ ਬਹੁਤ ਮੁਫੀਦ ਹੈ, ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਕੱਚਾ ਲਸਣ ਪਿਆਜ਼ ਬੰਦ ਕਰ ਦਈਦਾ। ਅੱਛਾ ਜੀ। ਉਸ ਤੋਂ ਬਾਅਦ ਹੈਗਾ ਤਲੀ ਚੀਜ਼ ਤੇ ਮਠਿਆਈਆਂ। ਅਗਰ ਇਹ ਚੀਜ਼ਾਂ ਦਾ ਅਸੀਂ ਵਰਜਿਤ ਹੋ ਜਾਈਏ, ਰੈਸਟ੍ਰਿਕਸ਼ਨਸ ਲਾ ਦਈਏ, ਤੇ ਸਾਡੇ ਅੱਧੇ ਮਸਲੇ ਹੱਲ ਹੋ ਗਏ। ਹੁਣ ਸਟੂਲ ਦੀ ਫਾਰਮੇਸ਼ਨ ਠੀਕ ਕਰਨ ਵਾਸਤੇ ਅਸੀਂ ਕੀ ਕਰਨਾ ਜੀ? ਫਾਈਬਰ ਸਾਡੇ ਖਾਣੇ ਦੇ ਵਿੱਚ ਘੱਟ ਸੀਗਾ, ਛਿਲਕਾ ਸਾਡੇ ਖਾਣੇ ਦੇ ਵਿੱਚ ਘੱਟ ਸੀਗਾ। ਜਦੋਂ ਅਸੀਂ ਜੂਸ ਪੀਨੇ ਆ ਤੇ ਜਿਹੜਾ ਫਾਈਬਰ ਫਰੂਟਸ ਦਾ ਸਾਨੂੰ ਅਸਲੀ ਚਾਹੀਦਾ ਹੁੰਦਾ ਹੈ, ਉਹਨੂੰ ਅਸੀਂ ਸੁੱਟ ਦਿੰਦੇ ਆ। ਬੱਚਾ ਆ, ਉਹ ਨਹੀਂ ਚਬਾ ਸਕਦਾ ਤੇ ਤੁਸੀਂ ਉਹਨੂੰ ਜੂਸ ਦੇ ਸਕਦੇ ਹੋ। ਬਜ਼ੁਰਗ ਹੈ, ਦੰਦ ਨਹੀਂ ਹੈਗੇ, ਉਹਨੂੰ ਜੂਸ ਦੇ ਸਕਦੇ ਹੋ। ਜਿਹੜਾ ਚੰਗਾ ਭਲਾ ਬੰਦਾ ਫਰੂਟ ਖਾ ਸਕਦਾ, ਚੱਬ ਸਕਦਾ ਹੈ, ਤੇ ਸਾਨੂੰ ਕਿਉਂ ਨਾ ਫਾਈਬਰ ਲਈਏ? ਜਿਹੜੀ ਕੰਮ ਦੀ ਚੀਜ਼ ਹੈ ਉਹ ਅਸੀਂ ਸੁੱਟ ਦਿੱਤੀ। ਫਾਈਬਰ ਤੇ ਸਾਡੇ 6 ਨਿਊਟ੍ਰੀਐਂਟਸ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਸੋ ਫਾਈਬਰ ਦੀ ਕਮੀ ਹੋਣ ਕਰਕੇ ਸਾਨੂੰ ਬੜੀਆਂ ਮੁਸ਼ਕਲਾਂ ਆ ਸਕਦੀਆਂ। ਸੋ ਇਸ ਕਰਕੇ ਫਰੂਟਸ ਦੀ ਵਰਤੋਂ ਜ਼ਿਆਦਾ ਕਰਿਆ ਕਰੋ ਇਨਸਟੈਡ ਆਫ ਕਿ ਘਰ ਬਣਾਇਆ। ਤੇ ਜਿਹੜਾ ਡੱਬਾ ਬੰਦ ਜੂਸ ਹੈ ਉਹ ਤੇ ਪੋਇਜ਼ਨ ਹੈ, ਨਿਰੀ ਖੰਡ ਹੈ, ਔਰ ਉਹਦੇ ਚ ਕੀ ਪਾਇਆ ਕੀ ਨਹੀਂ ਪਾਇਆ ਉਹਦੇ ਬਾਰੇ ਆਪਾਂ ਦਾਅਵੇ ਨਾਲ ਕੁਝ ਨਹੀਂ ਕਹਿ ਸਕਦੇ। ਸੋ ਇਸ ਉਹ ਚ ਰੰਗ ਵੀ ਹੈ ਜੀ, ਉਹ ਚ ਰੰਗ ਵੀ ਪਾਏ ਹੋਏ ਨੇ, ਆਰਟੀਫੀਸ਼ੀਅਲ ਰੰਗ, ਆਰਟੀਫੀਸ਼ੀਅਲ ਸਵਾਦ, ਆਰਟੀਫੀਸ਼ੀਅਲ ਖੁਸ਼ਬੂਆਂ, ਤਿੰਨੇ ਵੱਡੇ ਪੋਇਜ਼ਨ ਨੇ। ਅੱਜ ਇਹ ਚੀਜ਼ਾਂ ਬੰਦ ਕਰ ਦਈਏ ਸਰੀਰ ਦੇ ਵਿੱਚ ਸੁੱਟਣੀਆਂ ਤੇ ਕੈਂਸਰ ਦੇ ਮਰੀਜ਼ ਅੱਧੇ ਰਹਿ ਜਾਣ। ਸੋ ਇਸ ਕਰਕੇ ਸਾਨੂੰ ਕੁਦਰਤੀ ਚੀਜ਼ਾਂ ਤੇ ਕੁਦਰਤੀ ਤੌਰ ਤਰੀਕਿਆਂ ਦੇ ਉੱਤੇ ਧਿਆਨ ਇਕਾਗਰ ਕਰਨਾ ਪਏਗਾ ਜੀ। ਸੋ ਮੈਂ ਫਾਈਬਰ ਦੀ ਲੱਗਾ ਸੀ ਗੱਲ ਕਰਨ ਤੁਹਾਡੇ ਨਾਲ ਕਿ ਜੇ ਤੁਹਾਡੇ ਭੋਜਨ ਦੇ ਵਿੱਚ ਇੰਨਾ ਫਾਈਬਰ ਆ, ਛਿਲਕਾ ਪੂਰਾ ਆ, ਹੋਲ ਫਲੋਰ ਅਸੀਂ ਖਾਂਦੇ ਆ, ਦਾਲਾਂ ਛਿਲਕੇ ਵਾਲੀਆਂ ਖਾਂਦੇ ਆ, ਸੈਲਡਸ ਯੂਜ਼ ਕਰਦੇ ਆ, ਫਰੂਟਸ ਯੂਜ਼ ਕਰਦੇ ਆ, ਤੇ ਸਾਡਾ ਫਾਈਬਰ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ। ਤੇ ਜੇ ਕਿਤੇ ਘੱਟ ਰਹਿ ਜਾਏ, ਫਿਰ ਵੀ ਪੂਰੀ ਨਹੀਂ ਹੁੰਦੀ, ਘੱਟ ਰਹਿ ਜਾਏ, ਜਾਂ ਜਿਨ੍ਹਾਂ ਦੀ ਪ੍ਰੋਬਲਮ ਵਧੀ ਹੋਈ ਹੈ, ਹੁਣੇ ਮੈਂ ਫਲੈਚੂਲੈਂਸ ਦੀ ਗੱਲ ਕਰ ਰਿਹਾ ਸੀ, ਉਹ ਇਸ ਬਗੋਲ ਦਾ ਹਸਕ, ਇਸ ਬਗੋਲ ਦਾ ਛਿਲਕਾ ਜਾਂ ਇਸ ਬਗੋਲ ਦਾ ਸੱਤ ਬਾਜ਼ਾਰੋਂ ਮਿਲ ਜਾਂਦਾ, ਸਾਡੀਆਂ ਸਟੋਰਸ ਦੇ ਵਿੱਚੋਂ, ਇੰਡੀਅਨ ਸਟੋਰਾਂ ਤੋਂ ਵੀ ਮਿਲ ਜਾਂਦਾ, ਪਾਕਿਸਤਾਨੀ ਸਟੋਰਾਂ ਤੋਂ ਵੀ ਮਿਲ ਜਾਂਦਾ। ਇਸ ਬਗੋਲ ਦਾ ਸੱਤ ਜਿਹੜਾ ਛਿਲਕਾ ਹੈ, ਉਹ 1 ਚਮਚ ਵੱਡਾ ਸਾਰਾ ਕੜਛੀ ਵਰਗਾ ਰਾਤੀ ਸੌਣ ਲੱਗਿਆ ਤਾਜ਼ੇ ਅੱਧੇ ਗਲਾਸ ਪਾਣੀ 'ਚ ਸਟਿਰ ਕਰਕੇ ਹਿਲਾ ਕਰਕੇ ਪੀ ਲਓ। ਲਾਸਟ ਫੂਡ ਤੁਹਾਡਾ ਉਹ ਹੋਏਗਾ ਜਿਹੜਾ ਅੰਦਰ ਜਾ ਕੇ ਫੁੱਲੇਗਾ, ਔਰ ਫੁੱਲ ਕੇ ਤੁਹਾਡੀ ਇੰਟੈਸਟਾਈਨ ਦੇ ਵਿੱਚ ਜੋ ਜਮਾ ਆ, ਜਿਹਦੀ ਫਾਰਮੇਸ਼ਨ ਠੀਕ ਨਹੀਂ ਹੋਈ ਐਸਿਡ ਕਰਕੇ, ਉਹ ਸਾਰੇ ਕੁਝ ਨੂੰ ਬਾਈਂਡ ਕਰੇਗਾ। ਤੇ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਹਿਡਨ ਹੈ, ਬਹੁਤ ਸਾਰੇ ਡਾਕਟਰਸ ਨੂੰ ਵੀ ਇਸ ਗੱਲ ਦਾ ਨਹੀਂ ਪਤਾ, ਕਿ ਜਦੋਂ ਉਹ ਸਾਡੇ ਸਟੋਮਕ ਦੇ ਵਿੱਚ ਜਾਂਦਾ ਆ ਤੇ ਉਹ ਸਾਡੇ
ਸਿਸਟਮ ਦੇ ਵਿੱਚੋਂ ਬਾਈਲ ਸਕ ਕਰ ਲੈਂਦਾ ਹੈ, ਲਿਵਰ ਬਣਾਉਂਦਾ ਹੈ, ਬਾਈਲ ਸਕ ਕਰ ਲੈਂਦਾ ਤੇ ਬਾਈਲ ਅੱਗੇ ਜਾ ਕੇ ਕੋਲੇਸਟ੍ਰੋਲ ਬਣਾਉਂਦਾ ਹੈ। ਸੋ ਜਿਨ੍ਹਾਂ ਲੋਕਾਂ ਦਾ ਕੋਲੇਸਟ੍ਰੋਲ ਵੱਧਦਾ ਆ, ਇਸਬਗੋਲ ਦਾ ਛਿਲਕਾ ਲੈਣ ਦੇ ਨਾਲ ਉਹ ਵੀ ਘੱਟ ਬਣਦਾ ਆ, ਕਿਉਂਕਿ ਜਦੋਂ ਉਹ ਸਟੋਮਿਕ ਚ ਪਹੁੰਚਿਆ ਉਹਨੇ ਅੰਦਰ ਜਾ ਕੇ ਫੁੱਲਣਾ ਆ, ਉਹਨੂੰ ਫਲੂਇਡ ਚਾਹੀਦਾ ਹੈ, ਉਹ ਬਾਈਲ ਵੀ ਨਾਲ ਸਕ ਕਰ ਲੈਂਦਾ ਆ, ਉਹਦੇ ਕਰਕੇ ਕੋਲੇਸਟ੍ਰੋਲ ਘੱਟ ਬਣਦਾ ਹੈ। ਸੋ ਰਾਤ ਨੂੰ ਸੌਣ ਲੱਗਿਆਂ ਅਗਰ ਤੁਸੀਂ ਇਸਬਗੋਲ ਦਾ ਛਿਲਕਾ ਲੈਂਦੇ ਹੋ ਤੇ ਉਹਦੇ ਨਾਲ ਸਟੂਲ ਦੀ ਬਾਈਂਡਿੰਗ ਫਾਰਮੇਸ਼ਨ ਠੀਕ ਹੋਏਗੀ ਤੇ ਇਵੈਕੂਏਟ ਹੋ ਜਾਏਗਾ, ਤੁਹਾਡੀ ਜਾਨ ਸੌਖੀ। ਦੂਸਰੀ ਗੱਲ ਸੀ ਕਬਜ਼। ਕਬਜ਼ ਦਾ ਮਤਲਬ ਹੈ ਹਾਰਡ ਸਟੂਲ। ਉਹਨਾਂ ਨੇ ਇਨੀਸ਼ੀਅਲ ਸਟੇਜ ਤੇ ਤਾਂ ਇਸਬਗੋਲ ਦਾ ਹਸਕ ਲੈ ਲੈਣਾ, ਜਿਹਦੀ ਕੋਈ ਬਹੁਤੀ ਆ ਉਹ 2 ਵਾਰ ਲੈ ਲੇ। ਇਸਬਗੋਲ ਦਾ ਸੱਤ ਹੈ ਜਿਹੜਾ, ਉਹ ਸਵੇਰੇ ਤੇ ਸ਼ਾਮ ਲੈ ਲੇ, ਉਹਦੇ ਨਾਲ ਵੀ ਹੱਲ ਨਹੀਂ ਹੁੰਦਾ। ਤੇ ਕੇਸਟਰ ਆਇਲ, ਅਰਿੰਡ ਦਾ ਤੇਲ ਹਰ ਨੈਚੁਰਲ ਸਟੋਰਸ ਤੋਂ ਮਿਲ ਜਾਂਦਾ। ਕੇਸਟਰ ਆਇਲ ਉਹ ਤੁਸੀਂ ਅੱਧੇ ਗਲਾਸ ਦੁੱਧ ਦੇ ਵਿੱਚ 1 ਚਮਚ ਤੋਂ ਲੈ ਕੇ 3 ਚਮਚ ਤੱਕ, ਬੱਚਾ ਛੋਟਾ ਹੈ ਅੱਧਾ ਚਮਚ, ਥੋੜੀ ਜੀ ਤਕਲੀਫ ਵੱਧ ਆ 1 ਚਮਚ, ਬਹੁਤ ਜ਼ਿਆਦਾ ਤਕਲੀਫ ਆ 6 ਦਿਨ ਹੋ ਗਿਆ ਪੇਟ ਆਫਰਿਆ ਪਿਆ ਤੇ 3 ਚਮਚ ਵੀ ਤੁਸੀਂ ਗਰਮ ਦੁੱਧ ਦੇ ਵਿੱਚ ਮਿਲਾ ਕੇ ਲੈ ਲਓ, ਸਵੇਰੇ ਤੁਹਾਡਾ ਪੇਟ ਸਾਫ਼ ਹੋ ਜਾਏਗਾ। ਇਹਦਾ ਮਤਲਬ ਕਬਜ਼ ਦਾ ਵਧੀਆ ਇਲਾਜ ਆ ਜੀ ਇਹ। ਕਬਜ਼ ਦਾ ਸਭ ਤੋਂ ਵੱਡਾ ਇਲਾਜ ਜਿਹੜਾ ਆ ਉਹ ਹੈਗਾ ਕੇਸਟਰ ਆਇਲ। ਪਰ ਇਹ ਉਹਨਾਂ ਹਾਲਾਤਾਂ 'ਚ ਜਦੋਂ ਇਹ ਬਹੁਤ ਜ਼ਿਆਦਾ ਗੰਭੀਰ ਸਟੇਜ ਤੇ ਪਹੁੰਚੀ ਹੋਈ ਹੈ। ਅੱਛਾ ਜੀ। ਛੋਟੀ ਸਟੇਜ ਵਾਲਾ ਤਾਂ ਇਸਬਗੋਲ ਨੇ ਠੀਕ ਕਰ ਦੇਣਾ। ਕਈ ਵਾਰੀ ਬੱਚੇ ਨੇ ਇੰਨਾ ਰੋਂਦੇ ਆ, ਇੰਨਾ ਤੜਫਦੇ ਆ, ਪੇਟ ਗੁਬਾਰੇ ਵਾਂਗ ਕੁਝ ਕਹਿ ਵੀ ਨਹੀਂ ਸਕਦੇ, ਰੋਣਾ ਹੀ ਆਉਂਦਾ ਉਹਨਾਂ ਨੂੰ, ਪੇਟ ਸਾਫ਼ ਨਹੀਂ ਹੁੰਦਾ, ਮਾਂ ਨੂੰ ਪਤਾ ਇਹਨੂੰ ਕਬਜ਼ ਹੈ, ਉਸ ਵੇਲੇ ਬੱਚੇ ਨੂੰ ਤੁਸੀਂ ਕੇਸਟਰ ਆਇਲ ਦੇ ਦਿਓ, ਉਹਦਾ ਸਵੇਰ ਨੂੰ ਸਮੂਥਲੀ ਸਟੂਲ ਪਾਸ ਹੋ ਜਾਏਗਾ। ਉਸ ਤੋਂ ਬਾਅਦ ਫਿਰ ਕਬਜ਼ ਨਾ ਹੋਣ ਦਿਓ। ਉਸ ਤੋਂ ਬਾਅਦ ਇਹ ਖਿਆਲ ਰੱਖੋ ਕਿ ਇਹਦੀ ਖੁਰਾਕ ਦੇ ਵਿੱਚ ਫਾਈਬਰ ਪਾਉਣਾ ਹੈ, ਛਿਲਕਾ ਪਾਉਣਾ ਹੈ, ਸਬਜ਼ੀਆਂ ਖਾਣ ਦੀ ਆਦਤ ਪਾਓ, ਫਰੂਟ ਖਾਣ ਦੀ ਆਦਤ ਪਾਓ। ਤੇ ਜਿਹੜੇ ਬਹੁਤ ਛੋਟੇ ਬੱਚੇ ਆ ਉਹਨਾਂ ਨੂੰ ਤੁਸੀਂ ਇਸਬਗੋਲ ਦਾ ਛਿਲਕਾ ਦੁੱਧ ਦੇ ਵਿੱਚ ਖੀਰ ਬਣਾ ਕੇ, ਮਿੱਠਾ ਬਣਾ ਕੇ ਦੇ ਸਕਦੇ ਹੋ, ਤਾਂ ਕਿ ਫਾਈਬਰ ਉਹਨਾਂ ਦੇ ਕੋਲ ਇਨਫ ਹੋ ਜਾਏ। ਅੱਛਾ ਡਾਕਟਰ ਸਾਹਿਬ, ਅਗਰ ਅਸੀਂ ਜੀ ਅਗਰ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਲਈਏ ਤੇ ਸਾਡੀ ਇਵੈਕੂਏਸ਼ਨ, ਇੰਜੈਸ਼ਨ ਕਦੀ ਗੱਲ ਕਰਾਂਗੇ, ਡਾਈਜੈਸ਼ਨ, ਐਬਜ਼ੌਰਪਸ਼ਨ ਐਂਡ ਇਵੈਕੂਏਸ਼ਨ ਦੀ ਮੋਸਟ ਇੰਪੋਰਟੈਂਟ, ਆਟੋ ਇੰਟੌਕਸੀਕੇਸ਼ਨ ਤੋਂ ਬਚਣਾ ਹੈ, ਬਿਮਾਰੀਆਂ ਤੋਂ ਬਚਣਾ ਹੈ, ਰੈਜ਼ਿਸਟੈਂਸ ਵੀ ਵਧਾਉਣੀ ਆ, ਇਮਿਊਨਿਟੀ ਵਧਾਉਣੀ ਆ, ਤੇ ਸਾਡਾ ਪੇਟ ਸਾਫ਼ ਹੋਣਾ ਚਾਹੀਦਾ ਹੈ। ਸਭ ਤੋਂ ਅਹਿਮ ਤੇ ਸਭ ਤੋਂ ਇੰਪੋਰਟੈਂਟ ਗੱਲ ਹੈ। ਸੋ ਜਿਨ੍ਹਾਂ ਲੋਕਾਂ ਦੀ ਗੈਸ, ਚਾਹੇ ਉਹ ਡਕਾਰ ਦੇ ਨਾਲ ਜਾਂ ਸਿੱਧੀ ਸਟੋਮਿਕ ਤੋਂ ਬਾਹਰ ਆਉਂਦੀ ਹੈ ਉਹ, ਤੇ ਜਾਂ ਫਿਰ ਅੰਦਰ ਇੰਟੈਸਟਾਈਨ ਚ ਪਹੁੰਚ ਕੇ ਸਾਰਾ ਦਿਨ ਗੈਸ ਰਿਲੀਜ਼ ਹੁੰਦੀ ਰਹਿੰਦੀ ਹੈ ਜਾਂ ਨਹੀਂ ਹੁੰਦੀ ਤੇ ਪੇਟ ਆਫਰ ਜਾਂਦਾ ਆ, ਉਹ ਇਹ ਮੰਨ ਲੈਣ ਕਿ ਉਹਨਾਂ ਦਾ ਤੇਜ਼ਾਬੀ ਮਾਦਾ ਵਧਿਆ ਹੋਇਆ ਹੈ। ਤਾਂ ਦਸੀਆਂ ਹੋਈਆਂ ਚੀਜ਼ਾਂ ਦਾ ਪਰਹੇਜ਼ ਕਰ ਲਓ ਤੇ ਇਹਨਾਂ ਦਸੀਆਂ ਹੋਈਆਂ ਚੀਜ਼ਾਂ ਦੀ ਵਰਤੋਂ ਕਰ ਲਓ, ਅਸੀਂ ਇਸ ਤਕਲੀਫ ਤੋਂ ਨਿਜਾਤ ਪਾ ਸਕਦੇ ਹਾਂ। ਡਾਕਟਰ ਸਾਹਿਬ ਬਹੁਤ ਖੂਬਸੂਰਤੀ ਨਾਲ ਦੱਸਿਆ ਕਿ ਕਿਹੜੀਆਂ ਚੀਜ਼ਾਂ ਛੱਡ ਦਿਓ ਤੇ ਕਿਹੜੀਆਂ ਆਪਣੇ ਖਾਣੇ ਦੇ ਵਿੱਚ ਸ਼ਾਮਲ ਕਰ ਲਓ ਤੇ ਖਾਣੇ 'ਚ ਵਧਾ ਲਓ ਤੇ ਤੁਸੀਂ ਇਸ ਗੈਸ ਤੋਂ, ਕਬਜ਼ ਤੋਂ, ਤੇਜ਼ਾਬੀ ਮਾਦੇ ਤੋਂ ਨਿਜਾਤ ਪਾ ਸਕਦੇ ਹੋ। ਇਹਦੇ ਤੋਂ ਪਹਿਲਾਂ ਕਿ ਆਪਾਂ ਜੋੜਾਂ ਦੇ ਦਰਦ ਵੱਲ ਜਾਈਏ, ਸੰਖੇਪ ਦੇ ਵਿੱਚ ਇਹ ਗੱਲ ਜ਼ਰੂਰ ਦੱਸਿਓ ਕਿ ਜੇ ਗੈਸ ਹੋ ਜਾਂਦੀ ਹੈ, ਕਬਜ਼ ਹੋ ਜਾਂਦੀ ਹੈ, ਕਿਸੇ ਹੋਰ ਬਿਮਾਰੀ ਦਾ ਕਾਰਨ ਵੀ ਬਣ ਜਾਂਦੀ ਹੈ ਜੀ ਇਹ? ਸਾਰੀਆਂ ਬਿਮਾਰੀਆਂ ਦੀ ਜੜ ਇਹ ਹੈ। ਅੱਛਾ ਜੀ। ਲਗਾਤਾਰ ਅਗਰ ਗੈਸ ਬਣਦੀ ਰਹਿੰਦੀ ਹੈ, ਉਹੀ ਗੈਸ ਤੁਹਾਡੇ ਬਲੱਡ ਸਟਰੀਮ ਦੇ ਵਿੱਚ ਜਾ ਕੇ ਵਾਈਟਲ ਆਰਗਨ ਤੱਕ ਪਹੁੰਚਦੀ ਹੈ। ਇੱਕ ਤੇ ਬਿਮਾਰੀਆਂ ਨੇ ਜਿਹੜੀਆਂ ਵਾਇਰਸ ਤੋਂ ਲੱਗਦੀਆਂ, ਬੈਕਟੀਰੀਆ ਤੋਂ ਲੱਗਦੀਆਂ, ਫੰਗਸ ਤੋਂ ਲੱਗਦੀਆਂ, ਬਾਹਰੋਂ ਆਉਂਦੀਆਂ। ਇਹ ਆਟੋ ਇੰਟੌਕਸੀਕੇਸ਼ਨ ਆਪਣੇ ਸਰੀਰ ਦੇ ਵਿੱਚ ਆਪਣੇ ਆਪ ਨੂੰ ਆਪ ਹੀ ਬਿਮਾਰ ਕਰਦਾ। ਬਹੁਤ ਸਾਰੀਆਂ ਆਟੋ ਇਮਿਊਨ ਡਿਜ਼ੀਜ਼ਸ ਡਾਕਟਰ ਕਹਿ ਦਿੰਦੇ ਆ ਕਿ ਇਹ ਤਾਂ ਸਰੀਰ ਆਪਣਾ ਆਪ ਹੀ ਕਰ ਰਿਹਾ, ਉਹਦਾ ਕਾਰਨ ਆਟੋ ਇੰਟੌਕਸੀਕੇਸ਼ਨ। ਸੋ ਆਟੋ ਇੰਟੌਕਸੀਕੇਸ਼ਨ ਤੋਂ ਸਾਨੂੰ ਬਚਣਾ ਪਏਗਾ। ਜੇ ਅਸੀਂ ਇਹ ਪ੍ਰਬੰਧ ਕਰ ਲਈਏ ਤੇ ਜਿਹੜੀਆਂ ਬੁਢਾਪੇ ਦੇ ਵਿੱਚ ਆਪਾਂ ਜੋ 60 ਦੇ ਉੱਤੇ 6 ਸ਼ੀਸ਼ੀਆਂ ਸਰਾਣੇ ਰੱਖੀਆਂ ਹੁੰਦੀਆਂ, 80 ਤੇ ਜਾ ਕੇ 8 ਰੱਖੀਆਂ ਹੁੰਦੀਆਂ, ਅਸੀਂ ਉਹਨਾਂ ਤੋਂ ਬਚ ਸਕਦੇ ਹਾਂ ਜੇ ਅਸੀਂ ਆਟੋ ਇੰਟੌਕਸੀਕੇਸ਼ਨ ਨਾ ਹੋਣ ਦਈਏ, ਤੇਜ਼ਾਬੀ ਮਾਦੇ ਨੂੰ ਵੱਧ ਨਾ ਹੋਣ ਦਈਏ, ਸਟੂਲ ਦੀ ਰੈਗੂਲਰ ਇੰਟਰਵਲ ਤੇ ਇਵੈਕੂਏਸ਼ਨ ਹੁੰਦੀ ਰਵੇ ਤੇ ਅਸੀਂ ਬਿਮਾਰ ਨਹੀਂ ਹੋਵਾਂਗੇ। ਆਟੋ ਇੰਟੌਕਸੀਕੇਸ਼ਨ ਨਹੀਂ ਹੋਏਗੀ, ਡੀਟੌਕਸੀਫਾਈ ਕਰਨ ਦੀ ਜ਼ਰੂਰਤ ਨਹੀਂ ਹੈ।
ਅੱਜ ਅਸੀਂ ਡੀਟੌਕਸੀਫਿਕੇਸ਼ਨ ਤੇ ਸਾਰਾ ਹੀ ਜ਼ੋਰ ਲਾਤਾ ਹੈ ਜੀ। ਲੇਕਿਨ ਜਿਹੜਾ ਉਹਦਾ ਕਾਰਨ ਹੈ ਉੱਥੇ ਕਦੇ ਸੋਚਦੇ ਨਹੀਂ। ਜਿਹੜੇ ਕਾਰਨ ਹੁੰਦੇ ਆ ਉਹਨੂੰ ਵਿਡਰਾ ਕਰ ਲਓ। ਕਾਜ਼ ਐਂਡ ਇਫੈਕਟ ਥਿਊਰੀ ਤੁਹਾਡੇ ਨਾਲ ਵੀ ਬੜੀ ਵਾਰੀ ਡਿਸਕਸ ਕੀਤੀ ਹੋਈ ਹੈ ਕਿ ਦੁਨੀਆ ਦੀ ਸਭ ਤੋਂ ਮੁੱਢ ਕਦੀਮ ਥਿਊਰੀ ਇੱਕ ਹੈ, ਕਾਜ਼ ਐਂਡ ਇਫੈਕਟ, ਕਿ ਹਰ ਪ੍ਰਭਾਵ ਦਾ ਕਾਰਨ ਹੁੰਦਾ ਹੈ ਤੇ ਹਰ ਕਾਰਨ ਦਾ ਪ੍ਰਭਾਵ ਹੁੰਦਾ ਹੈ। ਅਗਰ ਅਸੀਂ ਉਹਨੂੰ ਵਿਡਰਾ ਕਰ ਲਈਏ, ਜਿਹਨੂੰ ਅਸੀਂ ਪਰਹੇਜ਼ ਕਹਿੰਦੇ ਆ, ਜਿਹਨੂੰ ਅਸੀਂ ਪ੍ਰੀਵੈਂਸ਼ਨ ਕਹਿੰਦੇ ਆ, ਤੇ ਅਸੀਂ ਬਿਮਾਰ ਹੋਈਏ ਹੀ ਨਾ, ਉਹਦੇ ਚ ਐਂਟਰ ਹੀ ਨਾ ਕਰੀਏ। ਅੱਜ ਜ਼ਰੂਰਤ ਹੈ ਡਾਕਟਰ ਦੇ ਨਾ ਜਾਈਏ, ਦਵਾਈਆਂ ਦੀਆਂ ਸ਼ੀਸ਼ੀਆਂ ਸਾਡੇ ਘਰਾਂ ਚ ਨਾ ਆਉਣ। ਦਵਾਈਆਂ ਦੀ ਸ਼ੀਸ਼ੀਆਂ ਦੀ ਥਾਂ ਤੇ ਤੁਹਾਡੇ ਘਰ ਫਲ ਫਰੂਟ ਤੇ ਸਬਜ਼ੀਆਂ ਆਉਣੀਆਂ ਚਾਹੀਦੀਆਂ। ਹਾਲਾਂਕਿ ਉਹਦੇ ਨਾਲੋਂ ਸਸਤੀਆਂ ਮਿਲਣਗੀਆਂ। ਹਾਲਾਂਕਿ ਡਾਕਟਰ ਦੀ ਫੀਸ ਤੇ ਦਵਾਈਆਂ ਨਾਲੋਂ ਸਸਤਾ ਸੌਦਾ ਜੀ ਇਹ ਬੜਾ ਸਸਤਾ ਹੈ, ਬਹੁਤ ਹੀ ਸਸਤਾ ਹੈ। ਪਲੱਸ ਜਿਹੜਾ ਅਲਟੀਮੇਟ ਬੈਨੀਫਿਟ ਹੈ ਉਹ ਹੈਗਾ ਕਿ 100 ਸਾਲ ਦੀ ਉਮਰ ਜੀਵੋਗੇ ਬਿਨਾਂ ਬਿਮਾਰੀ ਤੋਂ, ਬਿਨਾਂ ਦਵਾਈ ਤੋਂ। ਸਭ ਤੋਂ ਵੱਡਾ ਬੈਨੀਫਿਟ ਉਹ ਆ। ਅੱਜ ਦੀ ਡੇਟ ਦੇ ਵਿੱਚ ਅਕਾਲ ਪੁਰਖ ਕਰੇ ਤੁਸੀਂ 90 ਸਾਲਾਂ ਦੇ ਹੋਣਾ ਹੈ ਤੇ ਫਿਰ ਅਕਾਲ ਪੁਰਖ ਕੋਲ ਜਾਣਾ ਹੈ। ਤੇ ਅੱਜ ਕਦੇ ਮਹਿਸੂਸ ਕਰਕੇ ਵੇਖੋ, ਰੀਅਲਾਈਜੇਸ਼ਨ ਆਪਣੇ ਅੰਦਰ ਲੈ ਕੇ ਆਓ, ਆਤਮ ਚਿੰਤਨ ਕਰੋ, ਇੰਟਰੋਸਪੈਕਸ਼ਨ ਕਰੋ ਕਿ ਤੁਸੀਂ 90 ਦੇ ਹੋ ਗਏ ਹੋ ਅੱਜ। ਤੇ ਫਿਰ ਤੁਹਾਡੇ ਪੋਤਰੇ ਤੇ ਦੋਤਰੇ ਤੁਹਾਡੇ ਆਲੇ ਬਾਲੇ ਤੁਰੇ ਫਿਰਦੇ ਆ। ਕੀ ਤੁਸੀਂ ਹਸਪੀਟਲ ਵਿੱਚ ਜਾ ਕੇ ਕੋਮਾ 'ਚ ਜਾਣਾ? ਅੱਜ ਸੋਚਣਾ ਪਏਗਾ। ਇਸ ਕਰਕੇ ਹੀ ਤੇ ਫਿਰ ਅਸੀਂ ਯਾਦ ਕਰਦੇ ਆ ਕਿ ਨੱਚਣ ਕੁੱਦਣ ਮਨ ਕਾ ਚਾਓ ਜੀ, ਕਿ ਫਿਜ਼ੀਕਲ ਐਗਜ਼ਰਸ਼ਨ ਕਰੀਏ, ਖੁਸ਼ ਰਹੀਏ, ਤੁਹਾਡੀ ਖੁਰਾਕ ਚੰਗੀ ਹੋਵੇ। ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਫੋਕਸ ਕਰ ਲਾਂਗੇ ਤੇ 90 ਸਾਲਾਂ ਤੋਂ ਪਹਿਲਾਂ 1 ਸਾਲ ਤੁਹਾਡੇ 99 ਹੋਣੇ ਆ, ਫਿਰ ਤੁਹਾਡੇ 88 ਹੋਣੇ ਆ, ਫਿਰ 87 ਹੋਣੇ ਆ। ਉਧਰੋਂ ਦੀ ਇੱਕ ਵਾਰੀ ਟਰੈਵਲ ਕਰਕੇ ਵੇਖੋ, 90 ਦੇ ਤੁਸੀਂ ਹੱਸਦੇ ਖੇਡਦੇ ਹੋਵੋ। ਇਹਦੀ ਕੋਸ਼ਿਸ਼ ਅੱਜ ਸ਼ੁਰੂ ਕਰਨੀ ਪੈਣੀ ਜੀ। ਸੋ ਡਾਕਟਰ ਸਾਹਿਬ, ਹੁਣ ਮੈਨੂੰ ਇਹ ਦੱਸਿਓ ਕਿ ਇਹ ਤਾਂ ਤੁਸੀਂ ਦੱਸ ਦਿੱਤਾ ਕਿ ਆਹ ਚੀਜ਼ਾਂ ਛੱਡ ਦਿਓ, ਆਹ ਖਾਓ, ਆਹ ਪਰਹੇਜ਼ ਕਰੋ, ਕਿਉਂਕਿ ਸਿਆਣੇ ਕਹਿੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਤੇ ਹੁਣ ਬਹੁਤ ਸਾਰੇ ਦਰਸ਼ਕ ਉਹ ਨੇ ਜਿਨ੍ਹਾਂ ਦੇ ਜੋੜਾਂ 'ਚ ਦਰਦ ਰਹਿੰਦਾ ਹੋਣਾ, ਗਿੱਟਿਆਂ 'ਚ ਦਰਦ ਰਹਿੰਦਾ ਹੋਣਾ, ਜੋੜਾਂ 'ਚ ਦਰਦ ਰਹਿੰਦਾ ਹੋਣਾ, ਗੋਡੇ ਦੁਖਦੇ ਹੋਣੇ ਆ। ਇਹਦਾ ਦਰਅਸਲ ਕਾਰਨ ਕੀ ਹੈ ਤੇ ਇਹ ਤੋਂ ਨਿਜਾਤ ਕਿਵੇਂ ਲਈ ਜਾ ਸਕਦੀ ਹੈ ਜੀ? ਦੇਖੋ, ਜਦੋਂ ਅਸੀਂ ਦਰਦਾਂ ਦੀ ਗੱਲ ਕਰਨੀ ਆ, ਜੋੜਾਂ ਦੇ ਦਰਦਾਂ ਦੀ ਗੱਲ ਕਰਨੀ ਆ, ਤੇ ਅਸੀਂ ਮੋٹے ਤੌਰ ਤੇ ਇਹਨਾਂ ਦਰਦਾਂ ਨੂੰ 3 ਹਿੱਸਿਆਂ 'ਚ ਵੰਡ ਰਹੇ ਆ। ਹਿੱਸੇ ਤੇ ਜ਼ਿਆਦਾ ਬਣ ਜਾਂਦੇ ਆ ਜੀ। ਜਦੋਂ ਅਸੀਂ 3 ਹਿੱਸਿਆਂ 'ਚ ਵੰਡਦੇ ਆ ਤੇ ਸਭ ਤੋਂ ਪਹਿਲਾ ਹਿੱਸਾ ਹੈਗਾ ਆ ਓਸਟੀਓਆਰਥਰਾਈਟਿਸ। ਓਸਟੀਓ ਦਾ ਮਤਲਬ ਹੈ ਹੱਡੀਆਂ, ਆਰਥ ਦਾ ਮਤਲਬ ਹੈ ਜੁਆਇੰਟ, ਆਈਟਿਸ ਦਾ ਮਤਲਬ ਹੈ ਸੂਜਨ। ਜਦੋਂ ਹੱਡੀਆਂ ਕਮਜ਼ੋਰ ਹੋਣ ਕਰਕੇ ਜਾਂ ਉਹਨਾਂ ਦੀ ਮਿਸਯੂਜ਼ ਤੇ ਓਵਰਯੂਜ਼ ਕਰਕੇ ਸਾਡੇ ਗੋਡੇ ਘਸ ਜਾਂਦੇ ਆ, ਉਸ ਵੇਲੇ ਚਿਰਪਿੰਗ ਦੀ ਆਵਾਜ਼ ਆਉਂਦੀ ਹੈ, ਟਿਕ ਟਿਕ ਦੀ ਆਵਾਜ਼ ਆਉਂਦੀ ਆ, ਵਿੰਗੇ ਵੀ ਹੋ ਜਾਂਦੇ ਆ ਤੇ ਸਾਨੂੰ ਸੂਜਨ ਹੋ ਜਾਂਦੀ, ਦਰਦਾਂ ਹੁੰਦੀਆਂ। ਵੇਟ ਬੀਰਿੰਗ ਜੁਆਇੰਟਸ ਦੇ ਨਾਲ ਇਹ ਵਾਪਰਦਾ ਸਾਰਾ, ਜਿਵੇਂ ਗੋਡੇ ਹੋਏ, ਗਿੱਟੇ ਹੋਏ, ਭਾਰ ਚੁੱਕਦੇ ਨੇ ਜੀ। ਇਹਨੂੰ ਅਸੀਂ ਓਸਟੀਓਆਰਥਰਾਈਟਿਸ 'ਚ ਲੈ ਜਾਂਦੇ ਆ ਕਿ ਹੱਡੀਆਂ ਦੇ ਘਸਣ ਕਰਕੇ ਉਹਨਾਂ ਦੇ ਜਿਹੜੇ ਐਂਡਸ ਹੁੰਦੇ ਨੇ ਉਹ ਓਸਟੀਓਪਰੋਸਿਸ ਕਰਕੇ ਖੁਰਦਰੇ ਹੋ ਜਾਂਦੇ ਆ ਤੇ ਖੁਰਦਰੇ ਅੰਦਰ ਜਿੰਨੇ ਪੈਡ ਨੇ ਉਹਨਾਂ ਨੂੰ ਘਸਾ ਦਿੰਦੇ ਆ ਤੇ ਜਿਹੜੇ ਪਾਸੋਂ ਬਹੁਤਾ ਘਸਦਾ ਗੋਡੇ ਵਿੰਗੇ ਹੋ ਜਾਂਦੇ ਜੀ। ਇੱਕ ਤੇ ਉਹ ਚੀਜ਼ ਹੋ ਗਈ। ਦੂਸਰਾ ਹੈਗਾ ਰੂਮੇਟੋਇਡ ਆਰਥਰਾਈਟਿਸ। ਆਰਥਰਾਈਟਿਸ ਦਾ ਦੂਸਰੀ ਕਿਸਮ ਜਿਹੜੀ ਹੈ ਰੂਮੇ, ਫ੍ਰੈਂਚ ਦਾ ਲਫ਼ਜ਼ ਹੈ। ਰੂਮੇਟੋਇਡ ਆਰਥਰਾਈਟਿਸ ਦਾ ਮਤਲਬ ਇਹ ਹੈ ਕਿ ਖੂਨ ਦੀ ਬਿਮਾਰੀ ਹੈ, ਜੋੜਾਂ 'ਚ ਜਾ ਕੇ ਅਪੀਅਰ ਹੁੰਦੀ ਹੈ। ਸਭ ਤੋਂ ਪਹਿਲਾਂ ਛੋਟੇ ਜੋੜ, ਜਿਸ ਤਰ੍ਹਾਂ ਉਹ ਵੇਟ ਬੀਰਿੰਗ ਜੁਆਇੰਟਸ ਤੇ ਆਈ ਸੀ, ਇਹ ਛੋਟੇ ਜੋੜ ਖਾਸ ਕਰਕੇ ਹੱਥਾਂ ਦੀਆਂ ਉਂਗਲਾਂ ਦੇ, ਗੁੱਟ, ਕੂਹਣੀਆਂ, ਮੋਢੇ, ਛੋਟੇ ਜੋੜਾਂ ਵਾਲੇ ਪਾਸੋਂ ਸ਼ੁਰੂ ਹੁੰਦਾ ਹੈ। ਔਰ ਹੁੰਦਾ ਕਦੇ ਕਰਕੇ ਆ ਰੂਮੇ। ਰੂਮੇ ਫ੍ਰੈਂਚ ਦਾ ਲਫ਼ਜ਼ ਹੈ। ਰੂਮੇ ਦਾ ਮਤਲਬ ਹੁੰਦਾ ਠੰਡ ਤੇ ਠੰਡੀਰ। ਜਦੋਂ ਸਾਡੇ ਸਰੀਰ ਦੇ ਵਿੱਚ, ਖੂਨ ਦੇ ਵਿੱਚ ਠੰਡੀਰ ਜ਼ਿਆਦਾ ਹੁੰਦੀ ਆ, ਭਾਵ ਇਹ ਕਿ ਦੇਸੀ ਲਫ਼ਜ਼ਾਂ ਦੇ ਵਿੱਚ ਵਾਈ ਕੰਟੈਂਟ ਜ਼ਿਆਦਾ ਹੁੰਦਾ ਹੈ, ਜਿੱਥੇ ਅਸੀਂ ਚੌਲ, ਆਲੂ, ਮਾਂ, ਰਾਜਮਾ, ਇਹ ਸਾਰੀਆਂ ਚੀਜ਼ਾਂ ਬੰਦ ਕਰਦੇ ਆਂ। ਰੂਮੇ ਕੰਟੈਂਟ ਵਧਣ ਹੋਣ ਕਰਕੇ, ਔਰ ਰੂਮੇ ਕੰਟੈਂਟ ਕਾਹਦੇ ਨਾਲ ਵੱਧਦਾ ਹੈ?
ਅੱਧ ਪਚੀਆਂ ਤੇ ਅਣਪਚੀਆਂ ਪ੍ਰੋਟੀਨਸ ਕਰਕੇ। ਜਦੋਂ ਪ੍ਰੋਟੀਨਸ ਹਜ਼ਮ ਨਹੀਂ ਹੁੰਦੀਆਂ, ਸਾਡੇ ਡਾਈਜੈਸਟਿਵ ਐਂਜ਼ਾਈਮਸ ਇੰਨੇ ਕੰਪੀਟੈਂਟ ਨਹੀਂ ਰਹੇ, ਤੇ ਅੱਧ ਪਚੀਆਂ ਤੇ ਅਣਪਚੀਆਂ ਪ੍ਰੋਟੀਨਸ ਕਰਕੇ, ਖਾਸ ਕਰਕੇ ਐਨੀਮਲ ਕਿੰਗਡਮ ਤੋਂ, ਖਾਸ ਕਰਕੇ ਜਿਹੜੇ ਐਨੀਮਲ ਦੇ ਆਰਗਨਸ ਨੇ ਉਹਨਾਂ ਦੀ ਵਰਤੋਂ ਕਰਨ ਕਰਕੇ, ਜਾਂ ਬਹੁਤ ਸਾਰੇ ਹੋਰ ਵੀ ਫੂਡ ਨੇ ਜਿਹੜੇ ਕਿ ਰੂਮੇ, ਅੱਧ ਪਚੀਆਂ ਪ੍ਰੋਟੀਨਸ ਰੂਮੇ ਨੂੰ ਵਧਾਉਂਦੀਆਂ, ਠੰਡੀਰ ਨੂੰ ਵਧਾਉਂਦੀਆਂ। ਸੋ ਬਿਮਾਰੀ ਖੂਨ ਦੀ ਹੈ ਜੀ, ਠੰਡੀਰ ਖੂਨ ਚ ਪੈਦਾ ਹੋਈ, ਅਪੀਅਰ ਜੋੜਾਂ ਚ ਹੁੰਦੀ ਹੈ, ਤੇ ਸਭ ਤੋਂ ਪਹਿਲਾਂ ਛੋਟੇ ਜੋੜ ਕਾਬੂ ਆਉਂਦੇ ਆ। ਹੱਥਾਂ ਦੀਆਂ ਮੁੱਠਾਂ ਨਹੀਂ ਬੰਦ ਹੁੰਦੀਆਂ, ਸਵੇਰੇ ਸੁੱਤੇ ਉੱਠਦੇ ਹੋ ਸਰੀਰ ਅਕੜਾ ਹੁੰਦਾ ਆ, ਮਸਾਂ ਕਿਤੇ ਚਾਹ ਦਾ ਕੱਪ ਨੇੜੇ ਆਇਆ ਤੇ ਸਰੀਰ ਹਿਲਦਾ, ਫਿਰ ਨਹਾ ਧੋ ਕੇ ਤੱਤੇ ਪਾਣੀ ਨਾਲ ਨਹਾਉਂਦੇ ਹੋ ਤੇ ਥੋੜਾ ਜਿਹਾ ਆਰਾਮ ਮਿਲ ਜਾਂਦਾ। ਸੋ ਇਹ ਇੰਡੀਕੇਸ਼ਨ ਹੈ 99 ਤੱਕ। ਮੈਂ ਸਮਝਾਉਣ ਲੱਗਾ 99 ਦਾ ਮਤਲਬ ਕਿ 60 ਤੋਂ ਤੁਸੀਂ 60 ਮੰਨ ਲਓ ਨਾਰਮਲ ਆ ਜੀ, 99 ਤੱਕ ਨਾਰਮਲ ਆ। ਜਦੋਂ 100 ਹੋਣਾ ਉਦੋਂ ਲਾਲ ਹੋ ਜਾਣੀ ਹੈ ਬੱਤੀ। ਉਹ ਬਈ 60 ਤੇ 65 ਹੋਏ ਤੇ ਸਾਨੂੰ ਅਲਾਮਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਸਾਨੂੰ ਸਿੰਪਟਮਸ ਆਉਣੇ ਸ਼ੁਰੂ ਹੋ ਜਾਂਦੇ ਆ। ਅਸੀਂ ਉਡੀਕਦੇ ਰਹਿੰਦੇ ਵੀ ਟੈਸਟ ਕਰਾਵਾਂਗੇ, ਲਾਲ ਬੱਤੀ ਜਗੇਗੀ। 99 ਤੋਂ 100, 99 ਤੇ ਹਰੀ ਆ ਜੀ ਜੀ, 100 ਤੇ ਲਾਲ ਹੋਣੀ ਹੈ। ਉੱਥੋਂ ਤੱਕ ਨਾ ਜਾਈਏ, ਅਕਾਲ ਪੁਰਖ ਨੇ ਸਾਨੂੰ ਅਲਾਰਮ ਸਿਗਨਲ ਦਿੱਤੇ ਹੋਏ ਨੇ, ਉਹ ਸਾਨੂੰ ਸਿੰਪਟਮਸ ਦੇ ਤਹਿਤ ਸਮਝਾ ਦਿੰਦੇ ਆ ਕਿ ਬਚ ਜਾ, ਆ ਚੀਜ਼ ਆਉਣ ਵਾਲੀ ਹੈ ਤੇਰੇ ਕੋਲ। ਲੇਕਿਨ ਅਸੀਂ ਕੇਅਰ ਨਹੀਂ ਕਰਦੇ, ਬੌਦਰ ਨਹੀਂ ਕਰਦੇ, ਅੱਖੋਂ ਪਰੋਖੇ ਕਰਦੇ ਨੇ, ਫਿਰ ਅਸੀਂ ਫਸਦੇ ਬੁਰੇ ਹਾਂ। ਸੋ ਜਦੋਂ ਹੱਥਾਂ ਦੀਆਂ ਉਂਗਲਾਂ ਦੇ ਛੋਟੇ ਜੋੜਾਂ 'ਚ ਦਰਦ, ਸਟਿਫਨੈਸ, ਬਾਡੀ ਦੇ ਵਿੱਚ ਅਕੜਾ ਆਉਣਾ ਸ਼ੁਰੂ ਹੋ ਜਾਏ, ਸਪਾਜ਼ਮ ਬਣਨਾ ਸ਼ੁਰੂ ਹੋ ਜਾਏ, ਤੇ ਮੰਨ ਲਓ ਕਿ ਰੂਮੇਟੋਇਡ ਆਰਥਰਾਈਟਿਸ ਆ ਗਿਆ। ਦੂਸਰੇ ਨੰਬਰ ਦੀ ਗੱਲ ਜੀ। ਤੀਸਰਾ ਇਹ ਆ ਕਿ ਜਦੋਂ ਅਸੀਂ ਖਾਸ ਕਿਸਮ ਦੀਆਂ ਪ੍ਰੋਟੀਨਸ ਲੈਨੇ ਆ ਜਿਹਦੇ ਵਿੱਚ ਪ੍ਰਨਸ ਜ਼ਿਆਦਾ ਹੁੰਦੇ ਆ, ਉਹਦੇ ਕ੍ਰਿਸਟਲ ਬਣ ਕੇ ਯੂਰਿਕ ਐਸਿਡ ਵੱਧਦਾ, ਤੇ ਯੂਰਿਕ ਐਸਿਡ ਦੇ ਜਿਹੜੇ ਕ੍ਰਿਸਟਲਸ ਨੇ ਉਹ ਜਾ ਕੇ ਸਾਡੇ ਜੋੜਾਂ ਦੇ ਵਿੱਚ ਤੇ ਸੌਫਟ ਟਿਸ਼ੂ ਚ ਖੁੱਭਦੇ ਆ ਜੀ। ਸਭ ਤੋਂ ਪਹਿਲਾਂ ਪੈਰ ਦੇ ਅੰਗੂਠੇ ਦੀ ਬਿਗ ਟੋ, ਉਹਦੇ ਤੇ ਦਰਦ ਆਉਂਦੀ ਆ, ਉਹਦੇ ਤੇ ਸੂਜਨ ਆਉਂਦੀ ਆ, ਤੇ ਤੱਤੀ ਗਰਮ ਨਹੀਂ ਹੁੰਦੀ, ਤੱਤੀ ਹੋ ਜਾਂਦਾ। ਔਰ ਜਦੋਂ ਇਹ ਦਰਦ ਇੰਨੀ ਜ਼ਿਆਦਾ ਹੁੰਦੀ ਆ, ਬੰਦਾ ਨਾ ਖਲੋ ਸਕਦਾ, ਨਾ ਬਹਿ ਸਕਦਾ, ਨਾ ਤੁਰ ਸਕਦਾ। ਉਹ ਕਾਹਦੇ ਕਰਕੇ ਆ? ਯੂਰਿਕ ਐਸਿਡ ਕਰਕੇ। ਸੋ ਯੂਰਿਕ ਐਸਿਡ ਦਾ ਜਿਹੜਾ ਵਧਣਾ ਹੈ ਉਹ ਇਹ ਆ ਕਿ ਖਾਸ ਕਿਸਮ ਦੀਆਂ ਪ੍ਰੋਟੀਨਸ, ਪਾਰਟਿਕੂਲਰਲੀ ਐਨੀਮਲ ਕਿੰਗਡਮ, ਔਰ ਉਹਦੇ ਵਿੱਚ ਵੀ ਅਸੀਂ ਜਿਹੜਾ ਆਰਗਨ ਮੀਟ ਖਾਂਦੇ ਆ, ਕੋਈ ਲਿਵਰ ਖਾਂਦਾ, ਕੋਈ ਗੁਰਦੇ ਖਾਂਦਾ, ਕੋਈ ਪਤਾਲੂ ਖਾਂਦਾ ਆ, ਕੋਈ ਦਿਮਾਗ ਖਾਂਦਾ, ਇਹ ਚੀਜ਼ਾਂ ਸਾਨੂੰ ਮੀਟ ਦੇ ਉਹਦੇ ਚ ਮਿਲਦੀਆਂ, ਇਹ ਸਭ ਤੋਂ ਵੱਧ ਵਧਾਉਂਦੀਆਂ। ਸੋ ਯੂਰਿਕ ਐਸਿਡ ਨੂੰ, ਹੁਣ ਮੈਂ ਇਹਦੇ ਇਲਾਜ ਪ੍ਰਬੰਧ ਵੱਲ ਨੂੰ ਥੱਲੇ ਨੂੰ ਆ ਜਾਣਾ ਜੀ। ਹੁੰਦਾ ਕੀ ਹੈ ਕਿ ਜਦੋਂ ਯੂਰਿਕ ਐਸਿਡ ਵੱਧ ਕੇ ਸਾਡੇ ਜੋੜਾਂ ਦੇ ਵਿੱਚ ਉਹ ਕ੍ਰਿਸਟਲਸ ਚਲੇ ਜਾਂਦੇ ਆ ਨਾ, ਤੇ ਉਹ ਫਿਰ ਸਾਲ 1.5 ਸਾਲ ਠੀਕ ਨਹੀਂ ਹੁੰਦੇ, ਉਹ ਆਕੜੀ ਜਾਂਦੇ ਨੇ, ਜੋੜ ਉੱਥੇ ਹੀ ਟਿਕ ਜਾਂਦਾ, ਦਰਦ ਬੜਾ ਕਰਦੇ ਨੇ ਜੋੜ। ਸੋ ਭਾਈ ਜਦੋਂ ਕਿਤੇ ਤੁਹਾਨੂੰ ਇਹ ਜਿਹੇ ਸਿੰਪਟਮ ਆਉਂਦੇ ਨੇ, ਉਸ ਵੇਲੇ ਬਚ ਜਾਓ। ਕਰਨਾ ਕੀ ਹੈ ਕਿ ਪ੍ਰੋਟੀਨਸ ਬੰਦ ਕਰ ਦਿਓ। ਬਹੁਤ ਥਾਵਾਂ ਤੇ ਕਾਰਬੋਹਾਈਡਰੇਟਸ ਬੰਦ ਕਰਦੇ ਆ, ਬਹੁਤ ਜਗ੍ਹਾ ਤੇ ਪ੍ਰੋਟੀਨਸ ਬੰਦ ਕਰਦੇ ਆ, ਬਹੁਤ ਜਗ੍ਹਾ ਤੇ ਫੈਟਸ ਬੰਦ ਕਰਦੇ ਆ, ਪਰ ਜੇ ਪਤਾ ਹੋਏਗਾ ਤੇ ਬੰਦ ਕਰਾਂਗੇ। ਪਰ ਡਾਕਟਰ ਸਾਹਿਬ ਇੱਥੇ ਇੱਕ ਸਵਾਲ ਹੈ ਕਿ ਆਮ ਬੰਦੇ ਨੂੰ ਜਿਹਦੇ ਜੋੜਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜੇ, ਉਹਨੂੰ ਕਿਵੇਂ ਪਤਾ ਲੱਗੂ ਕਿ ਪ੍ਰੋਟੀਨ ਬੰਦ ਕਰਾਂ ਜਾਂ ਕੁਝ ਹੋਰ ਬੰਦ ਕਰਾਂ? ਉਹ ਕਿਵੇਂ ਸਮਝੇ ਕਿ ਮੈਂ ਕੀ ਬੰਦ ਕਰਾਂ ਜੀ? ਹੁਣ ਦੇਖੋ, ਜਦੋਂ ਰੂਮੇਟੋਇਡ ਆਰਥਰਾਈਟਿਸ ਹੈ, ਮੈਂ ਉਹਦੀਆਂ ਅਲਾਮਤਾਂ ਦੱਸੀਆਂ ਤੁਹਾਨੂੰ ਜੀ ਜੀ। ਜਦੋਂ ਯੂਰਿਕ ਐਸਿਡ ਵਧਿਆ ਹੋਇਆ, ਉਹਦੀ ਵੀ ਅਲਾਮਤ ਦੱਸੀ ਹੈ ਕਿ ਸਭ ਤੋਂ ਪਹਿਲਾਂ ਬਿਗ ਟੋ, ਵੱਡਾ ਅੰਗੂਠਾ, ਉਸ ਵੇਲੇ ਪ੍ਰੋਟੀਨਸ ਬੰਦ ਕਰਨੀਆਂ। ਜਿੱਥੇ ਕਿਤੇ ਓਸਟੀਓ ਆਰਥਰਾਈਟਿਸ ਦੀ ਗੱਲ ਹੈ, ਵੇਟ ਬੀਰਿੰਗ ਜੁਆਇੰਟਸ ਦੀ ਗੱਲ ਹੈ, ਤੁਹਾਡੇ ਗੋਡਿਆਂ ਗਿੱਟਿਆਂ ਦੀ ਗੱਲ ਹੈ, ਜਾਂ ਕਿਸੇ ਵੇਲੇ ਰੀੜ੍ਹ ਦੀ ਹੱਡੀ ਦੇ ਵਿੱਚ ਵੀ ਘਸਣ ਕਰਕੇ ਵਰਟੇਬਰਾਸ ਉਹ ਆ ਜਾਂਦਾ, ਉਸ ਵੇਲੇ ਸਾਨੂੰ ਜ਼ਰੂਰਤ ਨਹੀਂ ਹੈ। ਪ੍ਰੋਟੀਨ ਉਦੋਂ ਬੰਦ ਕਰਨੀ ਹੈ ਜਦੋਂ ਛੋਟੇ ਜੋੜ ਕਾਬੂ ਆਉਂਦੇ ਆ, ਜਦੋਂ ਸਟਿਫਨੈਸ ਆ ਜਾਂਦੀ ਆ, ਜਦੋਂ ਬਿਗ ਟੋ ਦੇ ਉੱਤੇ ਮੀਨਸ ਉਹ ਗਾਊਟੀ ਬਾਡੀ ਹੋ ਗਈ, ਉਹ ਗੰਠੀਆ ਹੋ ਗਿਆ, ਉੱਥੇ ਸਾਨੂੰ ਇਹਨਾਂ ਚੀਜ਼ਾਂ ਨੂੰ ਬੰਦ ਕਰਨ ਦੀ ਜ਼ਰੂਰਤ ਹੈ।
ਸੋ ਇਹ ਤਾਂ ਹੋ ਗਿਆ ਪ੍ਰੀਵੈਂਟਿਵ ਦੀ। ਹੁਣ ਮੈਂ ਗੱਲ ਕਰਨ ਲੱਗਾ ਸੀ ਯੂਰਿਕ ਐਸਿਡ ਨੂੰ ਜੀ। ਯੂਰਿਕ ਐਸਿਡ ਚ ਹੁੰਦਾ ਕੀ ਹੈ ਕਿ ਗੁਰਦੇ ਸਾਡੇ ਜਿਹੜੇ ਕਿਡਨੀਜ਼ ਨੇ ਇਹ ਜਵਾਬ ਦੇ ਜਾਂਦੇ ਆ, ਕਹਿੰਦੇ ਮੈਂ ਬਾਕੀ ਤੇ ਸਾਰਾ ਗੰਦ ਬਾਹਰ ਕੱਢ ਦਾਂਗਾ ਕਿਉਂਕਿ ਫਿਲਟਰ ਨੇ ਨਾ ਉਹ, ਲੇਕਿਨ ਮੈਂ ਯੂਰਿਕ ਐਸਿਡ ਨੂੰ ਨਹੀਂ ਬਾਹਰ ਕੱਢਣਾ, ਜਾਂ ਜੋ ਕਰਨਾ ਕਰ ਲਿਆ। ਸਾਡੇ ਗੁਰਦੇ ਮਨਾ ਕਰ ਜਾਂਦੇ ਆ, ਯੂਰਿਕ ਐਸਿਡ ਨੂੰ ਫਿਲਟਰ ਨਹੀਂ ਕਰਦੇ, ਉਹ ਬਲੱਡ ਸਟ੍ਰੀਮ ਹੁੰਦਾ ਹੈ। ਸੋ ਹੁਣ ਕੀ ਹੈ ਕਿ ਯੂਰਿਕ ਐਸਿਡ ਬਣੇ ਹੀ ਨਾ, ਉਹ ਮੈਂ ਦੱਸਿਆ ਕਿ ਪ੍ਰੋਟੀਨਸ ਤੇ ਆਰਗਨ ਪ੍ਰੋਟੀਨਸ ਬੰਦ ਕਰ ਦੋ। ਦੂਸਰਾ, ਯੂਰਿਕ ਐਸਿਡ ਨੂੰ ਬਲੱਡ ਸਟ੍ਰੀਮ ਦੇ ਵਿੱਚ ਅਗਰ ਨਿਊਟਰਲ ਕਰਨਾ ਹੈ ਤੇ ਕੌਣ ਕਰੇਗਾ? ਨਿੱਕਿਆ ਹੁੰਦਾ ਅਸੀਂ 7ਵੀਂ 8ਵੀਂ 9ਵੀਂ 10ਵੀਂ ਚ ਕਰਦੇ ਹੁੰਦੇ ਸਾਂ, ਇੱਕ ਚੀਜ਼ ਦੇ ਵਿੱਚ ਦੂਜੀ ਪਾ ਦੋ, ਨਿਊਟਰਲ ਹੋ ਗਿਆ ਜੀ, ਹੈ ਨਾ। ਅਗਰ ਐਸਿਡ ਜ਼ਿਆਦਾ ਬੰਦਾ ਹੈ, ਕਿਹੜੇ ਕਿਹੜੇ ਅਲਕਲਾਈਜ਼ਰ ਪਾ ਦਈਏ, ਨਿਊਟਰਲ ਹੋ ਗਿਆ ਜੀ, ਐਸਿਡ ਬੈਠ ਗਿਆ ਜੀ। ਸੋ ਇਹਦੇ ਵਿੱਚ ਯੂਰਿਕ ਐਸਿਡ ਨੂੰ ਨਿਊਟਰਲ ਕਰਨ ਵਾਸਤੇ ਮੈਲਿਕ ਐਸਿਡ ਲੈਣਾ। ਉਹ ਕਾਹਦੇ ਚ ਮਿਲਦਾ ਜੀ? ਉਹ ਸਭ ਤੋਂ ਜ਼ਿਆਦਾ ਮਿਲਦਾ ਸੇਬ ਚ। ਅੱਛਾ ਜੀ। ਇੱਕ ਸੇਬ ਸਵੇਰੇ ਤੇ ਇੱਕ ਸ਼ਾਮੀ, ਇਹ ਤੇ ਪੱਕੀ ਖੁਰਾਕ ਹੈ ਉਹਨਾਂ ਦੀ ਉਮਰ ਭਰ ਦੀ। ਅੱਛਾ, ਜਿਨ੍ਹਾਂ ਦਾ ਯੂਰਿਕ ਐਸਿਡ ਵੱਧਦਾ। ਤੇ ਜੇ ਕਿਤੇ ਤੁਸੀਂ ਐਪਲ ਸਾਈਡਰ ਵੀ ਲੈ ਲੈਂਦੇ ਹੋ, ਉਹ ਥੋੜਾ ਐਸਿਡਿਕ ਹੁੰਦਾ ਹੈ, ਲੇਕਿਨ ਉਹ ਵੀ ਥੋੜਾ ਬਹੁਤ ਕੰਮ ਕਰਦਾ, ਲੈ ਸਕਦੇ ਹੋ। ਮੁਰੱਬਾ ਵੀ ਸੇਬ ਦਾ ਲੈ ਸਕਦੇ। ਅੱਛਾ। ਸੋ ਸੇਬ ਦਾ ਜਿਹੜਾ ਮੈਲਿਕ, ਵੈਸੇ ਬਹੁਤ ਸਾਰੇ ਫਰੂਟਸ ਦੇ ਵਿੱਚ ਮੈਲਿਕ ਐਸਿਡ ਹੈਗਾ, ਸਭ ਤੋਂ ਵੱਧ ਸੇਬ 'ਚ ਆ। ਸੋ ਅਸੀਂ ਮਜ਼ਾਕ ਵੀ ਹੁੰਦਾ ਸੀਗਾ ਕਿ ਐਨ ਐਪਲ ਏ ਡੇ ਕੀਪਸ ਦਾ ਡਾਕਟਰ ਅਵੇ। ਤੇ ਕਈ ਵਾਰੀ ਮਜ਼ਾਕ ਕਰਦੇ ਹੁੰਦੇ ਸੀ ਕਿ ਉਹ ਕਹਿੰਦੇ ਨਰਸ ਨੂੰ ਕਹਿ ਲੈ ਬਈ ਤੂੰ ਆ ਪਰਸ ਚ ਪਾ ਕੇ ਸੇਬ ਲੈ ਜਾ, ਡਾਕਟਰ ਦੂਰ ਰਹਿੰਦੇ ਇਹਦੇ ਨਾਲ। ਹੱਸਣ ਵਾਲੀ ਗੱਲ ਸੀਗੀ, ਮਜ਼ਾਕ ਕਰਨ ਵਾਲੀ, ਆਪਾਂ ਸੀਰੀਅਸ ਹੋ ਗਏ ਆ। ਸੋ ਇਹਦੇ ਗੁਣ ਬਹੁਤ ਆ। ਐਪਲ ਦਾ ਇੱਥੇ ਸਭ ਤੋਂ ਵੱਧ ਗੁਣ ਆ, ਹੋਰ ਨਹੀਂ ਪਾਸੇ ਗੁਣ ਤੇ ਹੈਗੇ ਹੀ ਨਹੀਂ। ਹੁਣ ਉਸ ਤੋਂ ਬਾਅਦ ਆ ਕਿ ਥੋੜਾ ਬਹੁਤਾ ਫਿਲਟਰ ਕਰਨ ਲਈ ਸਾਡਾ ਡਾਇਲੂਟ ਕਰਨ ਵਾਸਤੇ ਪਾਣੀ ਵੱਧ ਪੀ ਲਈਏ, ਤੇ ਪਾਣੀ ਵੱਧ ਕਰਕੇ ਝਾਕੇ ਦੇ ਨਾਲ ਥੋੜਾ ਜਿਹਾ ਡਰਾ ਧਮਕਾ ਕੇ ਲਿਵਰ ਨੂੰ ਡਾਇਲੂਟ ਕਰਕੇ ਕਿਡਨੀਜ਼ ਨੂੰ ਕਹੀਏ ਕਿ ਇਹਨੂੰ ਬਾਹਰ ਕੱਢ ਦੇ, ਉਹ ਥੋੜਾ ਬਹੁਤਾ ਉਹ ਕੱਢ ਦਿੰਦੇ। ਸੰਘੜੇ ਨੂੰ ਤਾਂ ਬਿਲਕੁਲ ਨਹੀਂ ਕੱਢਦੇ, ਉਹਦੇ ਅੱਗੇ ਲਾਈ ਹੋਈ ਹੈ ਜਾਲੀ। ਸੋ ਇਸ ਕਰਕੇ ਥੋੜਾ ਜਿਹਾ ਪਾਣੀ ਵੱਧ ਪੀ ਲਈਏ, ਸੇਬ ਸਵੇਰੇ ਸ਼ਾਮ ਲੈ ਲਈਏ, ਔਰ ਨਾਲ ਦੀ ਨਾਲ ਜਿੱਥੋਂ ਬਣਨਾ ਹੈ ਉਹਨੂੰ ਘਟਾ ਦਈਏ, ਤੇ ਕਿੰਨੇ ਮਸਲੇ ਹੱਲ ਹੋ ਜਾਂਦੇ ਆ। ਲੈਟ ਫੂਡ ਬੀ ਯੂਰ ਮੈਡੀਸਨ। ਇਹੀ ਆਪਾਂ ਟੀਚ ਕਰਦੇ ਆ, ਇਹੀ ਪ੍ਰੀਚ ਕਰਦੇ ਆ, ਇਹੀ ਪ੍ਰੈਪੀਗੇਟ ਕਰਦੇ ਆ। ਬਲਕਿ ਮੈਨੂੰ ਤੇ ਨਹੀਂ ਕਹਿਣਾ ਚਾਹੀਦਾ, ਅਸੀਂ ਤੇ ਡਾਕਟਰ ਲੋਕ ਹੈ, ਕਹਿੰਦੇ ਬਹੁਤੇ ਬਿਮਾਰ ਹੋ, ਬਹੁਤੇ ਸਾਡੇ ਕੋਲ ਹੋ, ਸਾਡੀ ਪਾਕਟ ਭਰੇ, ਹੋਣਾ ਤੇ ਇਹ ਚਾਹੀਦਾ। ਪਰ ਟਰੂਥਫੁਲ ਇਹ ਹੈ ਕਿ ਬਿਮਾਰੀ ਨਾ ਹੋਈਏ, ਲੈਟ ਅਸ ਨਾਟ ਫਾਲ ਸਿਕ। ਆਓ ਬਿਮਾਰ ਨਾ ਹੋਈਏ, ਉਹਦੀ ਜਾਂਚ ਸਿਖਾਉਣੀ, ਉਹ ਟੀਚ ਕਰਨਾ, ਪ੍ਰੀਚ ਕਰਨਾ, ਪ੍ਰੈਪੀਗੇਟ ਕਰਨਾ, ਸਾਰਾ ਕੁਝ ਦੱਸਣਾ। ਤੁਹਾਡੇ ਨਾਲ ਇਹ ਸਾਂਝ ਪਾਉਣ ਦਾ ਮਤਲਬ ਹੈ ਕਿ ਅਸੀਂ ਬਿਮਾਰ ਹੋਣਾ ਨਹੀਂ। ਸਾਨੂੰ ਪਤਾ ਲੱਗ ਗਿਆ ਆਹ ਚੀਜ਼ ਏਦਾਂ, ਅਲਾਮਤਾਂ ਵੀ ਦੱਸਦੀਆਂ, ਪਰਹੇਜ਼ ਵੀ ਦੱਸ ਦਿੱਤਾ, ਇਲਾਜ ਵੀ ਦੱਸ ਦਿੱਤਾ, ਤੇ ਸਾਰਾ ਕੁਝ ਹੈ ਵੀ ਤੁਹਾਡੀ ਰਸੋਈ 'ਚ ਜਾਂ ਕਿਚਨ 'ਚ, ਕਿਤੇ ਬਾਹਰ ਤੇ ਮੈਂ ਕਿਹਾ ਨਹੀਂ। ਉਸਬਾ ਪੀਚਕਾ 'ਚ ਰਹਿਤਾ, ਬ੍ਰਹਮ ਡੰਡੀ, ਗੋਰਖ ਮੁੰਡੀ, ਕੋਈ ਜੜੀ ਬੂਟੀ ਦਾ ਤੇ ਮੈਂ ਨਾਂ ਨਹੀਂ ਲਿਆ, ਉਹ ਤੇ 7200 ਆ। ਉਹ ਤਾਂ ਸਾਡੀ ਸਟੱਡੀਜ਼ ਹੈ। ਉਹ ਤੇ ਦੇਖੋ 100 ਦੇ ਵਿੱਚੋਂ ਇੱਕ ਨੇ ਸਾਡੇ ਕੋਲ ਆਉਣਾ ਹੁੰਦਾ, 99 ਆਪੇ ਠੀਕ ਹੋਊ। ਇੰਨਾ ਕੁ ਵੀ ਜੇ ਅਸੀਂ ਕਰ ਦਈਏ ਤੇ ਸਮਾਜ ਦਾ ਬਹੁਤ ਸੌਰ ਜਾਏਗਾ, ਇਨਸਾਨੀਅਤ ਦਾ ਬਹੁਤ ਸੌਰ ਜਾਏਗਾ, ਹਿਊਮੈਨਿਟੀ ਦਾ ਬਹੁਤ ਸੌਰ ਜਾਏਗਾ, ਕਿ ਬਿਮਾਰੀ ਨਹੀਂ ਹੋਣ ਦੇਣਾ ਅਸੀਂ। ਇਹੀ ਤੇ ਆਪਾਂ ਟੀਚ ਕਰ ਰਹੇ ਹਾਂ। ਹਾਂ, ਜਿੱਥੇ ਕਿਤੇ ਇਹੋ ਜਿਹੀਆਂ ਬਿਮਾਰੀਆਂ ਆ ਗਈਆਂ ਜਿਹੜੀਆਂ ਨਾ ਮੁਰਾਦ ਨੇ, ਸਾਰੇ ਤੁਸੀਂ ਓੜ ਪੋੜ ਕਰ ਲਏ, ਸਾਰਾ ਕੁਝ ਕਰ ਲਿਆ, ਨਹੀਂ ਕਾਬੂ ਆਉਂਦਾ, ਫਿਰ ਤਾਂ ਭਈ ਅਸੀਂ ਕਰਨਾ। ਉਹਦੇ ਨਾਲ ਪੈਸੇ ਵੀ ਤੁਹਾਡੇ ਜਾਣੇ ਨੇ, ਤੇ ਉਹਦੇ ਨਾਲ ਸਿਹਤ ਵੀ ਜਾਣੀ, ਸਮਾਂ ਵੀ ਜਾਣਾ, ਕੰਮਾਂ ਤੋਂ ਵੀ ਕਿਸੇ ਵੇਲੇ ਹੱਥ ਧੋਣੇ ਪੈਂਦੇ ਆ। ਸੋ ਉੱਥੇ ਤੱਕ ਜਾਣਾ ਨਹੀਂ। ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਇਹੀ ਸਾਡੀਆਂ ਟੀਚਿੰਗ ਨੇ, ਇਹੀ ਸਾਡੀਆਂ ਪ੍ਰੀਚਿੰਗਸ ਨੇ। ਲੈਟ ਅਸ ਨਾਟ ਫਾਲ ਸਿਕ। ਆਓ ਬਿਮਾਰੀ ਨਾ ਹੋਈਏ। ਸੋ ਡਾਕਟਰ ਸਾਹਿਬ, ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਕਿ ਸਮਾਂ ਬਹੁਤ ਕੀਮਤੀ ਹੈ, ਪੈਸਾ ਬੜਾ ਕੀਮਤੀ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਕੀਮਤੀ ਹੈ ਤੁਹਾਡੀ ਜਾਨ, ਤੁਹਾਡੀ ਜ਼ਿੰਦਗੀ, ਤੁਹਾਡੀ ਸਿਹਤ। ਬਿਮਾਰ ਨਾ ਹੋਈਏ, ਉਹਦੇ ਤੋਂ ਬਚਣ ਦੇ ਵਾਸਤੇ ਕਿ ਗੈਸ ਤੋਂ ਕਿਵੇਂ ਛੁਟਕਾਰਾ ਲੈਣਾ, ਕਬਜ਼ ਤੋਂ ਕਿਵੇਂ ਛੁਟਕਾਰਾ ਲੈਣਾ, ਤੇਜ਼ਾਬੀ ਮਾਦੇ ਤੋਂ ਕਿਵੇਂ ਛੁਟਕਾਰਾ ਲੈਣਾ, ਜੋੜਾਂ ਦੇ ਦਰਦਾਂ ਤੋਂ ਕਿਵੇਂ ਛੁਟਕਾਰਾ ਲੈਣਾ, ਕੀ ਛੱਡਣਾ, ਕੀ ਖਾਣਾ, ਬੜੇ ਵਿਸਥਾਰ ਦੇ ਨਾਲ ਤੁਸੀਂ ਜਾਣਕਾਰੀ ਦਿੱਤੀ ਹੈ। ਜਾਣ ਤੋਂ ਪਹਿਲਾਂ ਕੋਈ ਟਿਪ ਹੋਰ ਦੇ ਕੇ ਜਾਣੀ ਚਾਹੁੰਦੇ ਹੋ, ਦਿੱਤੀ ਜਾ ਸਕਦੀ ਹੈ ਜੀ। ਰੋਮੇਟੋਇਡ ਆਰਥਰਾਈਟਿਸ ਤੇ ਓਸਟੀਓਆਰਥਰਾਈਟਿਸ ਜੀ, ਇਹਦਾ ਘਰੇਲੂ ਉਪਚਾਰ ਮੈਂ ਨਟਸ਼ੇਲ ਚ ਤੁਹਾਨੂੰ ਦੱਸ ਦਿੰਦਾ ਜੀ। ਗੱਲ ਤੇ ਥੋੜੀ ਜਿਹੀ ਲੰਬੀ ਹੋਣੀ ਸੀ, ਕਿਉਂਕਿ ਅਜੇ ਅਧੂਰੇ ਚੱਲੇ ਆ।
ਉਧਰੋਂ ਦੀ ਚੱਲੇ ਸਾਂ ਅਸੀਂ ਯੂਰਿਕ ਐਸਿਡ ਨੂੰ ਪਹਿਲਾਂ ਫੜ ਲਿਆ। ਜੀ ਜੀ। ਚਲੋ ਹੁਣ ਰੂਮੇਟੋਇਡ ਆਰਥਰਾਈਟਿਸ ਦੇ ਆ ਜਾਂਦੇ ਆ। ਆਓ ਜੀ। ਮੈਂ 2-4 ਦਿਨਾਂ ਦੇ ਮਿੰਟਾਂ ਦੇ ਵਿੱਚ ਕਨਕਲੂਡ ਕਰ ਦਿੰਦਾ। ਜੀ ਜੀ। ਪ੍ਰੋਟੀਨਸ ਰੂਮੇਟੋਇਡ ਆਰਥਰਾਈਟਿਸ ਦੇ ਵਿੱਚ ਜਿਸ ਤਰ੍ਹਾਂ ਆਪਾਂ ਯੂਰਿਕ ਐਸਿਡ ਵਾਲੇ ਪਾਸੇ ਪਰਹੇਜ਼ ਕੀਤਾ ਸੀ, ਇੱਥੇ ਵੀ ਪਰਹੇਜ਼ ਕਰਨਾ। ਸਿਰਫ ਮੂੰਗੀ ਮਸਰੀ ਦੀ ਦਾਲ ਜਾਂ ਮੂੰਗੀ ਦੇ ਬਣਾਏ ਸਪਰਾਊਟ ਦੇ ਨਾਲ ਪ੍ਰੋਟੀਨ ਲੈ ਕੇ ਕੰਮ ਚਲਾਓ, ਬਾਕੀ ਸਾਰੀਆਂ ਪ੍ਰੋਟੀਨਸ ਬੰਦ ਕਰ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿਹਦੇ ਵਿੱਚ ਕੀ ਆ। ਸੋ ਮੂੰਗੀ ਮਸਰੀ ਦੀ ਦਾਲ ਪਰਫੈਕਟ ਪ੍ਰੋਟੀਨ ਹੈ। ਮੂੰਗੀ ਦੇ ਬਣਾਏ ਹੋਏ ਸਪਰਾਊਟ ਅੰਗਾਰ ਜਿਹੜਾ ਹੁੰਦਾ ਆ, ਪਰਫੈਕਟ ਪ੍ਰੋਟੀਨ ਹੈ, ਤੁਹਾਨੂੰ ਕਮੀ ਨਹੀਂ ਆਉਣ ਦੇਗਾ ਜੀ। ਲੇਕਿਨ ਜੇ ਹੁਣ ਤੁਸੀਂ ਫਸੇ ਹੋਏ ਹੋ ਪ੍ਰੋਟੀਨਸ ਛੱਡਣੀਆਂ, ਤੇ ਤੁਸੀਂ ਇਨਫੈਂਟ ਪ੍ਰੋਟੀਨਸ, ਬਹੁਤ ਨਾਜ਼ੁਕ ਪ੍ਰੋਟੀਨਸ ਲੈ ਲਓ, ਤੇ ਜਿਹੜੀਆਂ ਰਫ ਟਫ ਪ੍ਰੋਟੀਨਸ ਨੇ ਉਹ ਨਾ ਲਓ ਜੀ। ਔਰ ਨਾਲ ਦੀ ਨਾਲ ਕੀ ਕਰੋ ਕਿ ਤ੍ਰਿਕਟੂ ਦਾ ਜ਼ਿਕਰ ਅਸੀਂ ਬੜੀ ਵਾਰੀ ਕੀਤਾ ਹੈ। ਬਿਲਕੁਲ। ਕਾਲੀ ਮਿਰਚ, ਮਗਾਂ ਤੇ ਸੁੰਡ ਬਰਾਬਰ ਦੀ ਮਾਤਰਾ ਚ ਲੈ ਕੇ 30 ਗ੍ਰਾਮ ਪਾਊਡਰ ਬਣਾ ਲਓ। 90 ਗ੍ਰਾਮ ਪਾਊਡਰ ਬਣ ਗਿਆ ਤੁਹਾਡਾ, ਇਹ ਤੁਹਾਡੀ ਦਵਾਈ ਹੈ, ਰਸੋਈ ਚ ਪਈ ਹੈ। ਔਰ 90 ਗ੍ਰਾਮ ਹੀ ਮੁਨੱਕਾ ਪਾ ਦਿਓ। ਮੁਨੱਕਾ ਮੇਵਾ ਨਹੀਂ ਹੁੰਦਾ, ਮੁਨੱਕਾ ਸੌਗੀ ਨਹੀਂ ਹੁੰਦਾ, ਉਹ ਬੀਆਂ ਵਾਲਾ ਹੁੰਦਾ ਜੀ, ਉਹੀ ਪਾਉਣਾ। ਸੋ ਕਾਲੀ ਮਿਰਚ, ਮਗਾਂ ਤੇ ਸੁੰਡ ਤਿੰਨੇ ਹੀ ਗਰਮ ਚੀਜ਼ਾਂ ਨੇ ਤੇ ਤਿੱਖਣ, ਤਿੱਖੀਆਂ ਨੇ, ਮਿਰਚੀ ਵਰਗੀਆਂ ਜੀ। ਇਹਨੂੰ ਨਿਊਟਰਲ ਕਰਨ ਵਾਸਤੇ ਮੁਨੱਕਾ ਤਾਰਿਆ ਤੇ ਮਿੱਠਾ ਆ ਜੀ। ਇਹਨੂੰ ਤੁਸੀਂ ਮੁਨੱਕੇ ਨੂੰ ਬਰੀਕ ਬਰੀਕ ਕੱਟ ਕੇ ਟੁਕੜੇ ਕਰਕੇ ਬੀ ਕੱਢ ਦੋ। ਕੱਟਾਂਗੇ ਇਹਨੂੰ ਤੇ ਉਹਦੇ ਵਿੱਚੋਂ ਦਾ ਪਲਪ ਬਾਹਰ ਆ ਜਾਏਗਾ। ਉਹਦਾ ਛਿਲਕਾ ਅੰਗੂਰ ਦਾ, ਕਾਲੇ ਦਾ, ਬੜਾ ਮੋਟਾ ਹੁੰਦਾ ਜੀ। ਮੁਨੱਕੇ ਦਾ ਛਿਲਕਾ ਮੋਟਾ ਹੁੰਦਾ, ਪਾਣੀ ਨਹੀਂ ਲੱਗਣ ਦੇਣਾ ਕਿਤੇ, ਕਿਉਂਕਿ ਅਸੀਂ ਮਹੀਨਾ 10 ਦਿਨ ਨੂੰ ਦਵਾਈ ਰੱਖਣੀ ਆ ਜੀ। ਸੋ ਇਹਨੂੰ ਮਿਕਸ ਐਂਡ ਮੈਸ਼ ਕਰਕੇ ਨਿੱਕੀਆਂ ਨਿੱਕੀਆਂ ਗੋਲੀਆਂ ਬਣਾ ਦਿਓ, ਮਟਰਾਂ ਦੇ ਦਾਣੇ ਜਿੰਨੀਆਂ, ਜਿਹੜੀਆਂ ਸੰਘ ਚੋਂ ਲੰਘ ਜਾਣ। 2 ਸਵੇਰੇ, 2 ਦੁਪਹਿਰੇ, 2 ਸ਼ਾਮੀ। ਲੇਕਿਨ ਲੈਣੀਆਂ ਕਾਦੇ ਨਾਲ ਆ? ਗਰਮ ਦੁੱਧ ਤੇ ਵਿੱਚ ਅੱਧਾ ਚਮਚ ਹਲਦੀ। ਅੱਛਾ। ਸਵੇਰੇ ਸ਼ਾਮ। ਅਗਰ ਅਸੀਂ ਹਲਦੀ ਵਾਲੇ ਦੁੱਧ ਦੇ ਨਾਲ ਤ੍ਰਿਕਟੂ ਦੀਆਂ ਗੋਲੀਆਂ ਲੈਣੀਆਂ ਸ਼ੁਰੂ ਕਰ ਦਾਂਗੇ ਤੇ ਉਹਦਾ 1000 ਫਾਇਦਾ ਹੈ। ਲੇਕਿਨ ਮੈਂ ਤੁਹਾਨੂੰ 3-4 ਫਾਇਦੇ ਗਿਣਾ ਦਿੰਦਾ। ਆਉਣ ਦਿਓ। ਤ੍ਰਿਕਟੂ ਦੇ ਪਹਿਲੀ ਗੱਲ ਇਹ ਕਿ ਸਾਡੇ ਜਿਹੜੇ ਡਾਈਜੈਸਟਿਵ ਐਂਜ਼ਾਈਮਸ ਨੇ, ਪਾਚਕ ਅਗਨੀਆਂ ਆ, ਉਹਨਾਂ ਦੇ ਵਿੱਚ ਘਣਤਾ ਤੇ ਉਤੇਜਨਾ ਪੈਦਾ ਕਰਦਾ ਤ੍ਰਿਕਟੂ। ਤੁਹਾਡਾ ਹਾਜ਼ਮਾ ਦਰੁਸਤ ਕਰਦਾ ਹੈ ਜੀ। ਜੇ ਹਾਜ਼ਮਾ ਠੀਕ ਹੈ, ਫੂਡ ਦਾ ਮੈਟਾਬੋਲਿਜ਼ਮ ਠੀਕ ਹੈ, ਤੇ ਤੁਹਾਡੀ ਬਾਡੀ ਦਾ ਮੈਟਾਬੋਲਿਜ਼ਮ ਵੀ ਠੀਕ ਹੈ, ਤੇ ਫਿਰ ਕਦੇ ਬਿਮਾਰ ਵੀ ਨਹੀਂ ਹੋਗੇ। ਜੇ ਹਾਜ਼ਮਾ ਠੀਕ ਨਹੀਂ ਤੇ ਸਭ ਕੁਝ ਗਿਆ। ਪੁਰਾਣੇ ਜ਼ਮਾਨੇ 'ਚ ਕਹਿੰਦੇ ਹੁੰਦੇ ਸੀ, ਕਹਿੰਦੇ ਦੰਦ ਗਏ ਤੇ ਸਵਾਦ ਗਿਆ, ਸਵਾਦ ਗਏ ਤੇ ਹਾਜ਼ਮਾ ਗਿਆ, ਹਾਜ਼ਮਾ ਗਿਆ ਤੇ ਸਰੀਰ ਹੀ ਗਿਆ ਜੀ। ਇਹ ਤ੍ਰਿਕਟੂ ਤੁਹਾਡੇ ਹਾਜ਼ਮੇ ਨੂੰ ਦੁਰਸਤ ਰੱਖਦਾ, ਪਹਿਲੀ ਗੱਲ ਇਹ। ਦੂਸਰੀ ਗੱਲ ਇਹ ਕਿ ਜਿਨ੍ਹਾਂ ਲੋਕਾਂ ਦੇ ਬਲਗਮ ਹੈ, ਛਾਤੀ ਦੀਆਂ ਬਿਮਾਰੀਆਂ ਦੇ ਵਿੱਚ ਅੰਦਰ ਭਰਿਆ ਪਿਆ ਹੈ ਬਲਗਮ ਦੇ ਨਾਲ, ਸਿਰੋਂ ਬਲਗਮ ਡਿੱਗਦੀ ਹੈ ਜਿਹਨੂੰ ਸਾਈਨੋਸਾਈਟਿਸ ਕਹਿੰਦੇ ਆ, ਪਹਿਲਾਂ ਕੁੱਪੀਆਂ ਭਰ ਜਾਂਦੀਆਂ ਜਿਹਨੂੰ ਸਾਈਨਸ ਕਹਿੰਦੇ ਆ, ਫਿਰ ਉਹ ਗਲੇ 'ਚ ਟਕ ਟਕ ਡਿੱਗਦਾ ਰਹਿੰਦਾ ਹੈ, ਪੀਲੇ ਰੰਗ ਦਾ, ਹਰੇ ਰੰਗ ਦਾ, ਕਾਲੇ ਰੰਗ ਦਾ, ਖਿੱਚ ਖਿੱਚ ਕੇ ਵੀ ਕੱਢਣਾ ਪੈਂਦਾ, ਨਿਕਲਦਾ ਨਹੀਂ ਸਾਈਨੋਸਾਈਟਿਸ। ਬਲਗਮ ਕਿਸੇ ਵੀ ਕਿਸਮ ਦੀ ਹੋਵੇ ਉਹਨੂੰ ਲਿਕੁਫਾਈ ਕਰਕੇ ਬਾਹਰ ਕੱਢੂਗਾ ਤੇ ਮਾਰੇਗਾ, ਸਾੜੇਗਾ। ਇਹੋ ਜਿਹਾ ਐਂਟੀਬਾਇਓਟਿਕ ਰੱਬ ਨੇ ਦਿੱਤਾ ਹੋਇਆ ਹੈ, ਇਹਦਾ ਮੁਕਾਬਲਾ ਹੀ ਕੋਈ ਨਹੀਂ ਕਰ ਸਕਦਾ ਜੀ ਬਲਗਮ ਨੂੰ ਮਾਰਨ ਵਾਸਤੇ। ਨੰਬਰ ਤੀਸਰਾ, ਬਟ ਨਾਟ ਦ ਲਾਸਟ, ਨਾਟ ਦ ਲੀਸਟ ਜੀ, ਉਹ ਹੈਗਾ ਕਿ ਸਰੀਰ ਦੇ ਅੰਦਰ ਜਿੰਨੀ ਵੀ ਸੂਜਨ ਹੈ, ਇਸ ਵੇਲੇ ਸਰੀਰ ਦੀ ਇੰਟਰਨਲ ਓਬੇਸਿਟੀ, ਸੂਜਨ, ਡ੍ਰੌਪਸਿਕ ਕੰਡੀਸ਼ਨਸ 1000 ਬਿਮਾਰੀਆਂ ਪੈਦਾ ਕਰ ਰਹੀਆਂ ਜੀ। ਇਹਨੇ ਅੰਦਰ ਸੂਜਨ ਰਹਿਣ ਨਹੀਂ ਦੇਣੀ, ਭਾਵੇਂ ਉਹ ਜੋੜਾਂ 'ਚ ਹੋਵੇ, ਭਾਵੇਂ ਉਹ ਮਸਲਸ ਹੋਵੇ, ਚਾਹੇ ਉਹ ਸੌਫਟ ਟਿਸ਼ੂ, ਜਿੱਥੇ ਵੀ ਕਿਤੇ ਵਿੰਡ ਤੇ ਵਾਟਰ ਇਕੱਠਾ ਹੋ ਗਿਆ ਹੈ, ਰੋਂਗ ਫੂਡ ਹੈਬਿਟਸ ਦੇ ਨਾਲ, ਰੋਂਗ ਲਾਈਫ ਸਟਾਈਲ ਦੇ ਨਾਲ ਅੰਦਰੋਂ ਸਰੀਰ ਸੁੱਜਦਾ ਜਾਂਦਾ ਹੈ ਤੇ 100 ਬਿਮਾਰੀਆਂ ਪੈਦਾ ਕਰਦਾ ਹੈ। ਉਹਨਾਂ ਸਾਰੀ ਸੂਜਨ ਨੂੰ ਇਹਨੇ ਬਾਹਰ ਕੱਢ ਦੇਣਾ ਹੈ। ਉਹ ਜੋੜਾਂ 'ਚ ਹੋਵੇ, ਉਹ ਜਿੱਥੇ ਮਰਜ਼ੀ ਹੋਵੇ, ਸੂਜਨ ਇਹਨੇ ਦੂਰ ਕਰ ਦੇਣਾ। ਇੰਨੀਆਂ ਗੱਲਾਂ ਦਾ ਜੇ ਅਸੀਂ ਖਿਆਲ ਕਰ ਲਈਏ, ਕਿਉਂਕਿ ਇਸ ਵੇਲੇ ਸੂਜਨ ਬਾਹਰ ਤੇ ਕਹਿਤਾ ਮੋਟਾਪਾ ਆ ਜੀ, ਲੇਕਿਨ ਜਿਹੜੀ ਅੰਦਰ ਆ ਉਹ ਤੇ ਸਾਨੂੰ ਦਿਸਦੀ ਨਹੀਂ। ਉਹਨੇ ਅੰਦਰ ਭੀੜ ਪਾਈ ਹੋਈ ਹੈ, ਉਹ ਕੋਈ ਵੀ ਕੰਮ ਨਹੀਂ ਹੈ। ਬਹੁਤ ਡਾਇਬਟੀਜ਼ ਦੇ ਗਿਆ,
ब्लड प्रेशर दे गया, वर्टाइगो दे गया, माइग्रेन होगी, गोडे मोडे दुखदे ही रहते, है की है? विंड ते वाटर दी रिटेंशन है जिन्हों ਅਸੀਂ सूजन कहने हैं। उस सूजन ਨੂੰ ਜੇ ਮਾਰਨੀ ਆ ਤੇ ਉਹ ਤ੍ਰਿਕਟੂ ਨੇ ਮਾਰਨੀ ਹੈ। ਸੋ ਤ੍ਰਿਕਟੂ ਕੀ ਹੋ ਗਿਆ? ਐਂਟੀ ਇਨਫਲੇਮੇਟਰੀ ਵੀ ਹੋ ਗਿਆ, ਐਂਟੀਸੈਪਟਿਕ ਵੀ ਹੋ ਗਿਆ, ਐਂਟੀਬਾਇਓਟਿਕ ਵੀ ਹੋ ਗਿਆ ਐਂਡ ਵਾਟ ਨਾਟ। ਇਸੇ ਤਰੀਕੇ ਦੇ ਨਾਲ ਹਲਦੀ ਹੈ। ਸੋ ਹਲਦੀ ਤੇ ਤ੍ਰਿਕਟੂ ਦਾ ਬਹੁਤ ਵੱਡਾ ਆਪਸ ਦੇ ਵਿੱਚ ਕੰਬੀਨੇਸ਼ਨ ਹੈ। ਹਲਦੀ ਨੂੰ ਵੀ ਅਸੀਂ ਬਹੁਤ ਵਾਰੀ ਕੀ ਕਿਹਾ ਕਿ ਐਂਟੀਬਾਇਓਟਿਕ, ਐਂਟੀਸੈਪਟਿਕ, ਐਂਟੀ ਇਨਫਲੇਮੇਟਰੀ, ਐਂਟੀ ਕੈਂਸਰ ਐਂਡ ਵਾਟ ਨਾਟ। ਅਗਰ ਇਹ ਚੀਜ਼ਾਂ ਜਿਹੜੀਆਂ ਤੁਹਾਡੀ ਰਸੋਈ 'ਚ ਪਈਆਂ ਹੋਈਆਂ ਇਹਨਾਂ ਦੀ ਵਰਤੋਂ ਇਹ ਅਸੀਂ ਪ੍ਰੀਵੈਂਸ਼ਨ ਵੀ ਕਰ ਸਕਦੇ ਹਾਂ, ਕਿਉਰ ਵੀ ਕਰ ਸਕਦੇ ਹਾਂ, ਰੀਹੈਬਿਲਿਟੇਸ਼ਨ ਵੀ ਕਰ ਸਕਦੇ ਹਾਂ। ਤੇ ਕੋਸ਼ਿਸ਼ ਇਹ ਕਰਨੀ ਆ, ਹਾਂ ਇਹਦੇ 'ਚ ਸਮਾਂ ਜ਼ਰੂਰ ਵੱਧ ਹੋਏਗਾ। ਐਂਟੀਬਾਇਓਟਿਕ ਆ 2 ਦਿਨ ਖਾਦਾ, 3 ਦਿਨ ਖਾਦਾ, 5 ਦਿਨ ਖਾਦਾ, ਮਸਲੇ ਹੋਰ ਹੈ। ਲੇਕਿਨ ਉਹ ਇੱਕ ਬਿਮਾਰੀ ਕੱਢ ਕੇ 10 ਪਿੱਛੇ ਹੋਰ ਲਮਕਾ ਗਿਆ। ਬਚਣਾ ਆ ਕੈਮੀਕਲ ਇਨਵੇਜਨ ਚੋਂ ਜੇ ਅਸੀਂ ਘਰੇਲੂ ਉਪਚਾਰ ਕਰਦੇ ਰਹੀਏ ਤੇ ਇਹਦਾ ਕੋਈ ਹਰਜ ਨਹੀਂਗਾ, ਕੋਈ ਇਹਦੇ ਸਾਈਡ ਇਫੈਕਟਸ ਨਹੀਂ, ਕੋਈ ਇਹਦੀ ਪ੍ਰੋਬਲਮ ਨਹੀਂ ਹੈ। ਤੇ ਮੇਰਾ ਖਿਆਲ ਆ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਵੀ ਸਕਦੇ ਹਾਂ, ਨਿਜਾਤ। ਡਾਕਟਰ ਸਾਹਿਬ ਕੀਮਤੀ ਸਮਾਂ ਦਿੱਤਾ ਹੈ, ਕੁਝ ਮਿੰਟਾਂ ਦੇ ਵਿੱਚ ਹੀ ਤੁਸੀਂ ਹੱਲ ਵੀ ਦੱਸ ਦਿੱਤੇ ਹੈ। ਤੁਸੀਂ ਨਰੋਈ ਜ਼ਿੰਦਗੀ ਕਿਵੇਂ ਜਿਉਈ ਜਾ ਸਕਦੀ ਹੈ, ਪੈਸਾ ਤੇ ਸਮਾਂ ਕਿਵੇਂ ਬਚਾਇਆ ਜਾ ਸਕਦਾ ਹੈ, ਲੰਬੇਰਾ ਜੀਵਨ ਕਿਵੇਂ ਜੀਆ ਜਾ ਸਕਦਾ ਹੈ, ਸੋ ਰਸੋਈ ਨੂੰ ਡਾਕਟਰ ਕਿਵੇਂ ਬਣਾਇਆ ਜਾ ਸਕਦਾ ਹੈ। ਸੋ ਇਹ ਕੀਮਤੀ ਜਾਣਕਾਰੀਆਂ ਵਾਸਤੇ ਤੁਹਾਡਾ ਤਹਿ ਦਿਲੋਂ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਮਿਹਰਬਾਨੀ। ਬਹੁਤ ਮਿਹਰਬਾਨੀ, ਸ਼ੁਕਰੀਆ, ਮਿਹਰਬਾਨੀ। ਦੋਸਤੋ ਇਹ ਸਨ ਡਾਕਟਰ ਅਰੀਦਮਨ ਸਿੰਘ ਮਾਹਲ, ਅੰਮ੍ਰਿਤਸਰ ਤੋਂ ਸਾਡੇ ਨਾਲ ਉਚੇਚੇ ਤੌਰ ਤੇ ਸਿਹਤ ਸੰਸਾਰ ਪ੍ਰੋਗਰਾਮ ਵਿੱਚ ਜੁੜਦੇ ਨੇ। ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ? ਆ ਜਿਹੜੀਆਂ ਕੁਝ ਇੱਕ ਬਿਮਾਰੀਆਂ ਦਾ ਜ਼ਿਕਰ ਕੀਤਾ, ਜਿਹੜੇ ਖਾਣਿਆਂ ਨੂੰ ਛੱਡਣਾ ਤੇ ਕਿਹੜੇ ਤੁਸੀਂ ਆਪਣੇ ਖਾਣੇ ਦੇ ਵਿੱਚ ਸ਼ਾਮਲ ਕਰਨੇ ਹੈ, ਤੇ ਉਮੀਦ ਹੈ ਕਿ ਤੁਹਾਡੇ ਇਹ ਕੰਮ ਆਉਣਗੇ। ਸੋ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।